ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀਓ, ਆਪ ਸਾਰਿਆਂ ਨੂੰ ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਜੀ ਆਇਆਂ। ਅਕਾਲ ਪੁਰਖ ਦੀ ਕਿਰਪਾ ਨਾਲ ਰੱਬੀ ਬਾਣੀ ਆਨੰਦ ਜੋ ਰਾਮਕਲੀ ਰਾਗ ਵਿੱਚ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੈ, ਜਿਸ ਦੀਆਂ ਕੁੱਲ 40 ਪੌੜੀਆਂ ਹਨ, ਜਿਨ੍ਹਾਂ ਦੀ ਵਿਚਾਰ ਅਸੀਂ ਪੌੜੀ ਬਾਈ ਪੌੜੀ ਪਹਿਲਾਂ ਕਰ ਚੁੱਕੇ ਹਾਂ। ਪੂਰੀ ਵਿਚਾਰ ਤੋਂ ਬਾਅਦ ਆਨੰਦ ਦੀ ਬਾਣੀ ਦਾ ਭਾਵ ਕੀ ਹੈ, ਆਨੰਦ ਦੀ ਬਾਣੀ ਦੀ ਸਮਰੀ ਸਾਰ ਕੀ ਹੈ, ਇਹ ਵਿਚਾਰਾਂ ਅਸੀਂ ਕਰ ਰਹੇ ਹਾਂ। 17 ਪੌੜੀਆਂ ਤੱਕ ਅਸੀਂ ਇਹ ਸਮਰੀ ਵਿਚਾਰ ਸਰਵਣ ਕਰ ਚੁੱਕੇ ਹਾਂ। ਅੱਜ 18ਵੀਂ ਪੌੜੀ ਤੋਂ ਆਨੰਦ ਦੀ ਬਾਣੀ ਦੀ ਸਾਰ ਭਾਵ ਅਸੀਂ ਆਰੰਭ ਕਰਨਾ ਹੈ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ, ਰਹਿ ਕਰਮ ਕਮਾਏ। ਇਹ ਬੜੇ ਡੂੰਘੇ ਭਾਵ ਹਨ ਜੋ ਅਸੀਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ। ਅੱਜ ਸੰਖੇਪ ਵਿੱਚ ਤੱਤ ਜੋ ਇਸ ਪੌੜੀਆਂ ਵਿੱਚ ਦੱਸਿਆ ਗਿਆ ਹੈ, ਇਹ ਵਿਚਾਰ ਕਰ ਰਹੇ ਹਨ ਵੀਰ ਪ੍ਰਭ ਕੀਰਤਨ ਸਿੰਘ ਜੀ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦੀ ਵਿਚਾਰ ਆਰੰਭ ਕਰਨ। ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਗੁਰੂ ਪਿਆਰਿਓ, ਜਿਵੇਂ ਵੀਰ ਜੀ ਨੇ ਆਪ ਜੀ ਨਾਲ ਜ਼ਿਕਰ ਕੀਤਾ ਹੈ, ਅੱਜ ਆਪਾਂ ਜਿਸ ਪੌੜੀ ਦੀ ਵਿਚਾਰ ਕਰਨੀ ਹੈ ਉਹ ਇੱਥੋਂ ਆਰੰਭ ਹੁੰਦੀ ਹੈ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ। ਆਓ ਪੌੜੀ ਦੇ ਵਿਚਾਰ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਸ ਪੌੜੀ ਦਾ ਇੱਕ ਵਾਰੀ ਪਾਠ ਕਰ ਲਈਏ ਜੀ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਿਸੈ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਕਹੈ ਨਾਨਕ ਗੁਰ ਪ੍ਰਸਾਦੀ, ਸਹਿਜ ਉਪਜੈ ਏ ਸਹਿਸਾ ਇਵ ਜਾਏ। ਇਸ ਪੌੜੀ ਦੇ ਵਿੱਚ ਜੋ ਦੋ ਸ਼ਬਦ ਵਿਚਾਰਨ ਯੋਗ ਹਨ, ਉਹ ਸਹਿਸਾ ਤੇ ਸਹਿਜ। ਆਓ ਸਭ ਤੋਂ ਪਹਿਲਾਂ ਸਹਿਸਾ ਜੋ ਸ਼ਬਦ ਹੈ, ਜਿਸ ਦੇ ਆਲੇ ਦੁਆਲੇ ਇਹ ਪੂਰੀ ਪੌੜੀ ਘੁੰਮਦੀ ਹੈ, ਉਸ ਦੇ ਅਰਥ ਸਮਝ ਲਈਏ। ਸਹਿਸੇ ਦਾ ਭਾਵ ਹੈ ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਸੰਸਾ ਕਹਿ ਦਿੰਦੇ ਹਾਂ, ਚਿੰਤਾ ਕਹਿ ਦਿੰਦੇ ਹਾਂ, ਡਰ ਸਹਿਮ ਕਹਿ ਦਿੰਦੇ ਹਾਂ। ਤੋ ਜੀਵਨ ਦੇ ਵਿੱਚ ਜਿਹੜੇ ਸਹਿਸੇ ਹਨ ਜਾਂ ਚਿੰਤਾ ਸਹਿਮ ਹਨ, ਉਹ ਕਿਉਂ ਪੈਦਾ ਹੁੰਦੇ ਹਨ? ਉਹ ਕੇਵਲ ਸਾਡੇ ਜੋ ਦੁਨਿਆਵੀ ਮਾਇਆਵੀ ਅਸੀਂ ਕਹਿ ਲਈਏ, ਮਾਇਆ ਨਾਲ ਸੰਬੰਧਿਤ ਜਿਹੜੀਆਂ ਚਿੰਤਾਵਾਂ ਹੁੰਦੀਆਂ ਹਨ, ਤੇ ਇਹ ਪੈਦਾ ਤਾਂ ਹੁੰਦੀਆਂ ਹਨ ਕਿਉਂਕਿ ਸਾਡੇ ਮਨ ਦੇ ਵਿੱਚ ਮਾਇਆ ਦਾ ਮੋਹ ਪ੍ਰਬਲ ਹੁੰਦਾ ਹੈ। ਸਾਡੇ ਮਨ ਦੇ ਵਿੱਚ ਹਮੇਸ਼ਾ ਮਾਇਆ ਦੀਆਂ ਚਿੰਤਾਵਾਂ ਚੱਲਦੀਆਂ ਰਹਿੰਦੀਆਂ ਹਨ ਕਿ ਇਹ ਚੀਜ਼ ਮੈਨੂੰ ਮਿਲੀ ਹੈ,
ਨਹੀਂ ਮਿਲੀ ਹੈ, ਇਹ ਗਵਾਚ ਨਾ ਜਾਏ, ਨਾ ਮਿਲੇ। ਇਸ ਕਿਸਮ ਦੇ ਜਿਹੜੇ ਵਿਚਾਰ ਹੁੰਦੇ ਹਨ ਉਹ ਸੰਸ਼ਿਆਂ ਨੂੰ, ਚਿੰਤਾ ਨੂੰ, ਸਹਿਮ ਨੂੰ ਜਨਮ ਦਿੰਦੇ ਹਨ। ਤੋ ਇਹ ਜਿਹੜੇ ਮਾਇਆ ਦੇ ਮੋਹ ਤੋਂ ਹੀ ਪੈਦਾ ਹੁੰਦੇ ਹਨ, ਕਿਸੇ ਚੀਜ਼ ਦੇ ਮਿਲਣ ਨਾ ਮਿਲਣ ਦਾ ਸੰਸਾ, ਮਿਲੀ ਹੋਈ ਚੀਜ਼ ਨੂੰ ਗਵਾਚਣ ਦਾ ਸੰਸਾ, ਜਾਂ ਹੋਰ ਕੋਈ ਡਰ ਪੈਦਾ ਹੋ ਜਾਣੇ ਮਨ ਦੇ ਵਿੱਚ। ਤੇ ਸਹਿਸੇ ਜਿਹੜੇ ਹਨ ਇਹ ਪੈਦਾ ਮੋਹ ਤੋਂ ਹੁੰਦੇ ਹਨ, ਮਾਇਆ ਦੇ ਮੋਹ ਤੋਂ ਹੁੰਦੇ ਹਨ, ਪਰਿਵਾਰ ਦੇ ਮੋਹ ਤੋਂ ਹੁੰਦੇ ਹਨ। ਤੇ ਸਹਿਸੇ ਜਿਹੜੇ ਹੁੰਦੇ ਹਨ ਉਹ ਐਸੇ ਕੰਮ ਕਰਾਉਂਦੇ ਹਨ ਬੰਦੇ ਕੋਲੋਂ ਕਿ ਮੋਹ ਦੇ ਚੱਕਰ ਵਿੱਚ ਬੰਦਾ ਹੋਰ ਫਸਦਾ ਜਾਂਦਾ। ਕਿਉਂਕਿ ਜਦੋਂ ਮਨ ਦੇ ਵਿੱਚ ਚਿੰਤਾ, ਡਰ, ਸਹਿਮ ਹੋਵੇ, ਫਿਰ ਬੰਦਾ ਠੀਕ ਤੇ ਗਲਤ ਦਾ ਵਿਚਾਰ ਜਿਹੜਾ ਹੈ ਉਹ ਭੁੱਲ ਜਾਂਦਾ ਹੈ। ਫਿਰ ਜੇ ਠੀਕ ਤੇ ਗਲਤ ਕਰਾਂਗੇ, ਉਹ ਵਿਚਾਰ ਛੱਡ ਕੇ ਕੰਮ ਕਰਾਂਗੇ, ਤਾਂ ਫਿਰ ਸੰਸ਼ੇ ਹੋਰ ਪੈਣਗੇ, ਕਿਉਂਕਿ ਫਿਰ ਡਰ ਹੋਰ ਵੱਧ ਜਾਂਦੇ ਹਨ ਮਨੁੱਖ ਦੇ। ਤਾਂ ਇਹ ਇੱਕ ਵਿਸ਼ੇਸ਼ ਸਰਕਲ ਹੁੰਦਾ ਹੈ। ਇਹ ਸੰਸ਼ੇ ਜਿਹੜੇ ਹਨ ਇਹ ਵਿਸ਼ੇਸ਼ ਸਰਕਲ ਹੈ, ਮਾਇਆ ਦੇ ਮੋਹ ਤੋਂ ਪੈਦਾ ਹੁੰਦੇ ਹਨ ਸੰਸ਼ੇ, ਤੇ ਸੰਸ਼ਿਆਂ ਤੋਂ ਬੰਦਾ ਮਾਇਆ ਦੇ ਮੋਹ ਦੇ ਵਿੱਚ, ਚਿੱਕੜ ਦੇ ਵਿੱਚ ਹੋਰ ਫਸਦਾ ਜਾਂਦਾ ਹੈ, ਫਿਰ ਹੋਰ ਜ਼ਿਆਦਾ ਸੰਸ਼ੇ ਚੰਬੜਦੇ ਹਨ। ਤਾਂ ਇਹਨਾਂ ਦੀ ਜਿਹੜੀ ਮੁਕਤੀ ਹੈ ਉਹ ਇਹਨਾਂ ਤੋਂ ਬੰਦਾ ਮੁਕਤ ਨਹੀਂ ਹੋ ਪੈਂਦਾ ਜਦ ਤੱਕ ਮਾਇਆ ਦਾ ਮੋਹ ਨਹੀਂ ਖਤਮ ਹੁੰਦਾ। ਤਾਂ ਫਿਰ ਮਾਇਆ ਦੇ ਮੋਹ ਵਿੱਚੋਂ, ਮਾਇਆ ਦੀ ਪਕੜ ਦੇ ਵਿੱਚੋਂ ਨਿਕਲਣਾ, ਜਾਂ ਇਉਂ ਕਹਿ ਲਈਏ ਮਾਇਆ ਤੇ ਵਿਕਾਰਾਂ ਦੀ ਪਕੜ ਦੇ ਵਿੱਚੋਂ ਨਿਕਲਣਾ ਹੀ ਇੱਕੋ ਇੱਕ ਰਸਤਾ ਹੋ ਸਕਦਾ ਹੈ ਸੰਸ਼ਿਆਂ ਤੋਂ ਮੁਕਤ ਹੋਣ ਦਾ। ਇਹਦੇ ਲਈ ਸਤਿਗੁਰਾਂ ਨੇ ਪਹਿਲੇ ਜਿਹੜੀ ਗੱਲ ਕੀਤੀ ਹੈ ਉਹ ਹੈ ਕਿ ਇਹਨਾਂ ਤੋਂ ਮੁਕਤੀ ਅਗਰ ਲੈਣੀ ਹੈ ਤੇ ਕਰਮੀ ਸਹਿਜ ਨਾ ਉਪਜੈ। ਜਿਹੜੀ ਇਹਨਾਂ ਸੰਸ਼ਿਆਂ ਤੋਂ, ਮਾਇਆ ਦੀ ਪਕੜ ਤੋਂ, ਮਾਇਆ ਦੇ ਮੋਹ ਤੋਂ, ਜਾਂ ਮਾਇਆ ਦੇ ਵਿਕਾਰਾਂ ਤੋਂ ਜਿਹੜੀ ਮੁਕਤੀ ਦੀ ਅਵਸਥਾ ਹੈ ਉਹਨੂੰ ਅਸੀਂ ਸਹਿਜ ਕਹਿੰਦੇ ਹਾਂ, ਅਡੋਲਤਾ ਦੀ ਅਵਸਥਾ ਕਹਿੰਦੇ ਹਾਂ। ਕਿਉਂਕਿ ਜਦੋਂ ਮਨ ਦੇ ਵਿੱਚ ਸਹਿਸੇ ਨਹੀਂ ਹਨ, ਸੰਸ਼ੇ, ਚਿੰਤਾਵਾਂ ਨਹੀਂ ਹਨ, ਤਾਂ ਉਹ ਮਨ ਅਡੋਲ ਹੈ, ਉਹਨੂੰ ਸਹਿਜ ਦੀ ਅਵਸਥਾ ਕਿਹਾ ਗਿਆ। ਤੋ ਇਸ ਤਰ੍ਹਾਂ ਹੋਇਆ ਕਿ ਸੰਸ਼ਿਆਂ ਤੋਂ ਮੁਕਤੀ ਕੇਵਲ ਉਦੋਂ ਹੀ ਹੋ ਸਕਦੀ ਹੈ ਜਦੋਂ ਬੰਦਾ ਮਾਇਆ ਦੀ ਪਕੜ ਵਿੱਚੋਂ ਨਿਕਲ ਜਾਏ, ਭਾਵ ਸਹਿਜ ਦੀ ਅਵਸਥਾ ਦੇ ਵਿੱਚ ਆ ਜਾਵੇ। ਤੋ ਸਤਿਗੁਰੂ ਕਹਿੰਦੇ ਹਨ ਕਿ ਸਹਿਜ ਦੀ ਅਵਸਥਾ ਬਾਹਰੀ ਕਰਮਾਂ ਦੇ ਨਾਲ ਨਹੀਂ ਪੈਦਾ ਹੋ ਸਕਦੀ। ਹੁਣ ਸੰਸ਼ੇ ਵੀ ਮਨ ਦੇ ਨਾਲ ਸੰਬੰਧਿਤ ਹਨ, ਅਡੋਲਤਾ ਜਿਹੜੀ ਹੈ, ਸਹਿਜ ਦੀ ਅਵਸਥਾ ਹੈ, ਉਹ ਵੀ ਮਨ ਦੇ ਨਾਲ ਸੰਬੰਧਿਤ ਹਨ। ਜਦੋਂ ਮਨ ਦੇ ਕੰਮ ਕਰਨ ਦਾ ਢੰਗ ਨਹੀਂ ਵਰਤਦਾ, ਬਦਲਦਾ, ਜਦੋਂ ਤੱਕ ਸਾਡੇ ਮਨ ਦੇ ਵਿੱਚ ਬਦਲਾਅ ਨਹੀਂ ਆਉਂਦਾ, ਉਦੋਂ ਤੱਕ ਬਾਹਰੀ ਕਰਮ ਜਿਹੜੇ ਹਨ, ਜਿਹੜੇ ਮਨ ਤੱਕ ਪਹੁੰਚ ਨਹੀਂ ਕਰਦੇ, ਉਹ ਇਹਨਾਂ ਤੋਂ ਮੁਕਤੀ ਕਿਵੇਂ ਦਿਵਾ ਸਕਦੇ ਹਨ। ਸਹਿਜ ਦੀ ਅਵਸਥਾ, ਜਿਹਦੇ ਅਸੀਂ ਦੂਜੇ ਨਾਮ ਹੀ ਲੈ ਸਕਦੇ ਹਨ, ਜਿਹੜਾ ਕਿ ਇਸ ਬਾਣੀ ਦਾ ਵਿਸ਼ਾ ਹੈ, ਆਨੰਦ ਦੀ ਅਵਸਥਾ, ਜਦੋਂ ਮਨ ਅਡੋਲਤਾ ਦੀ ਅਵਸਥਾ ਵਿੱਚ ਆ ਜਾਂਦਾ ਹੈ, ਆਨੰਦ ਦੀ ਪ੍ਰਾਪਤੀ ਦਾ ਰਸਤਾ ਹੈ, ਸਹਿਜ ਹੀ ਆਨੰਦ ਹੈ, ਆਨੰਦ ਹੀ ਪ੍ਰਭੂ ਮਿਲਾਪ ਹੈ। ਜਿਹੜੇ ਹੁੰਦੇ ਹਨ, ਜਾਂ ਤਾਂ ਕੋਈ ਧਾਰਮਿਕ ਕਰਮ, ਕੋਈ ਦਾਨ ਕਰਨ ਨਾਲ, ਕੋਈ ਇਸ਼ਨਾਨ ਕਰਨ। ਤੋ ਸਤਿਗੁਰੂ ਕਹਿ ਰਹੇ ਹਨ ਕਿ ਜਦੋਂ ਤੱਕ ਮਨ ਦੇ ਸੰਸ਼ਿਆਂ ਤੋਂ ਮੁਕਤੀ ਨਹੀਂ ਮਿਲਦੀ, ਸਹਿਜ ਦੀ ਅਵਸਥਾ ਦੀ ਪ੍ਰਾਪਤੀ ਨਹੀਂ ਹੁੰਦੀ, ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪਰ ਇਹ ਜੋ ਮੁਕਤੀ ਹੈ, ਇਹ ਸਹਿਜ ਅਵਸਥਾ ਦੀ ਪ੍ਰਾਪਤੀ ਹੈ, ਇਹ ਬਾਹਰੀ ਧਾਰਮਿਕ ਕਰਮਾਂ ਨਾਲ ਨਹੀਂ ਹੋ ਸਕਦੀ। ਕਿਉਂਕਿ ਬਾਹਰੀ ਧਾਰਮਿਕ ਜਿਹੜੇ ਕਰਮ ਹਨ ਉਹ ਮਨ ਤੱਕ ਨਹੀਂ ਪਹੁੰਚਦੇ, ਉਹ ਸਰੀਰ ਤੱਕ ਹੀ ਸੀਮਤ ਹੋ ਜਾਂਦੇ ਹਨ। ਆਮ ਤੌਰ ਤੇ ਅਸੀਂ ਜਾਂ ਤਾਂ ਧਾਰਮਿਕ ਕਰਮ ਕਰਕੇ ਆਨੰਦ ਦੀ, ਪ੍ਰਭੂ ਮਿਲਾਪ ਦੀ ਪ੍ਰਾਪਤੀ ਦੀ ਕੋਸ਼ਿਸ਼ ਵਿੱਚ ਰਹਿੰਦੇ ਹਾਂ, ਤੇ ਜਾਂ ਦੂਜਾ ਰਸਤਾ ਇਹ ਹੁੰਦਾ ਹੈ ਕਿ ਅਸੀਂ ਕੁਝ ਨਾਲ ਸੰਜਮ ਕਰ ਲੈਂਦੇ ਹਾਂ, ਉਹ ਵੀ ਬਾਹਰ ਦੇ ਹੀ ਕਰਮ ਹੁੰਦੇ ਹਨ, ਸਰੀਰ ਦੀ ਪੱਧਰ ਤੇ ਹੀ ਕੀਤੇ ਜਾਣ ਵਾਲੇ ਕੰਮ ਹੁੰਦੇ ਹਨ। ਉਹ ਕਰਮ ਉਹ ਹਨ ਜਿਹੜੇ ਅਸੀਂ ਕਰਨੇ ਹਨ, ਤੇ ਸੰਜਮ ਉਹ ਹਨ ਜਿਨ੍ਹਾਂ ਤੋਂ ਅਸੀਂ ਬਚਣਾ ਹੈ। ਇਹ ਸੰਜਮ ਜਿਹੜੇ ਹਨ, ਇੱਕ ਕਿਸਮ ਨਾਲ ਅਸੀਂ ਇਹਨੂੰ ਜੁਗਤੀਆਂ ਵੀ ਕਹਿ ਸਕਦੇ ਹਨ, ਕਿ ਕੁਝ ਖਾਸ ਤਕਨੀਕਾਂ, ਢੰਗ ਹਨ ਜਿਨ੍ਹਾਂ ਦੇ ਨਾਲ ਅਸੀਂ ਕਿਸੇ ਚੀਜ਼ ਦੀ ਪ੍ਰਾਪਤੀ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ।
ਸਤਿਗੁਰੂ ਜੀ ਇੱਥੇ ਦੋ ਚੀਜ਼ਾਂ ਦੀ ਗੱਲ ਕਰ ਰਹੇ ਹਨ। ਕਰਮੀ ਸਹਿਜ ਨਾ ਉਪਜੈ। ਸਹਿਜ ਦੀ ਅਵਸਥਾ ਦੀ ਜਿਹੜੀ ਪ੍ਰਾਪਤੀ ਹੈ ਉਹ ਕੁਝ ਖਾਸ ਕਰਮ ਕਰ ਲੈਣ ਦੇ ਨਾਲ ਨਹੀਂ ਮਿਲ ਸਕਦੀ। ਤੇ ਨਾਲ ਹੀ ਇਸੇ ਗੱਲ ਨੂੰ ਕਹਿ ਰਹੇ ਹਨ, ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਹੁਣ ਸੰਜਮ ਤੇ ਕਰਮ, ਇਹਨਾਂ ਦੋਹਾਂ ਦਾ ਧਿਆਨ ਕੀਤਿਆਂ ਵੀ ਸਤਿਗੁਰੂ ਕਹਿ ਰਹੇ ਹਨ ਕਿ ਇਹ ਚਿੰਤਾਵਾਂ, ਡਰ ਨਹੀਂ ਮੁੱਕਦੇ, ਕਿਉਂਕਿ ਸਹਿਜ ਅਵਸਥਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਜਿਹੜੇ ਸ਼ਬਦ ਸਤਿਗੁਰੂ ਜੀ ਨੇ ਬੜੇ ਇੰਪੋਰਟੈਂਟ ਵਰਤੇ ਹਨ ਇੱਥੇ, ਉਹ ਕਹਿ ਰਹੇ ਹਨ ਕਿ ਸਹਿਸਾ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਜਿਹੜੇ ਸਹਿਸੇ ਹਨ ਉਹ ਇਸੇ ਕਰਕੇ ਪੈਦਾ ਹੁੰਦੇ ਹਨ ਕਿ ਸਾਡੇ ਮਨ ਦੇ ਵਿੱਚ ਵਿਕਾਰਾਂ ਦੀ ਮੈਲ ਹੁੰਦੀ ਹੈ, ਤੇ ਸਹਿਸਿਆਂ ਦੇ ਨਾਲ ਅਸੀਂ ਵਿਕਾਰਾਂ ਦੀ ਮੈਲ ਦੇ ਵਿੱਚ, ਉਹਦੇ ਚਿੱਕੜ ਦੇ ਵਿੱਚ ਹੋਰ ਫਸਦੇ ਜਾਂਦੇ ਹਾਂ। ਤੋ ਇਹ ਦੋਵੇਂ ਤਰ੍ਹਾਂ ਹੀ ਕੰਮ ਕਰਦੀ ਹੈ, ਤੇ ਸਤਿਗੁਰੂ ਜੀ ਨੇ ਇਹਨਾਂ ਦੋਹਾਂ ਦਾ ਜਿਹੜਾ ਕਾਰਨ ਹੈ ਮਨ ਦਾ ਮੈਲਾ ਹੋਣਾ ਦੱਸਿਆ ਹੈ। ਤੋ ਸਹਿਸੇ ਜਿਹੜੇ ਹਨ ਉਹ ਮਨ ਦੇ ਮੈਲੇ ਹੋਣ ਦੇ ਕਾਰਨ ਹੀ ਜਿਹੜੇ ਹਨ ਉਹ ਪੈਦਾ ਹੁੰਦੇ ਹਨ। ਤੇ ਕਿਤ ਸੰਜਮ ਧੋਤਾ ਜਾਏ, ਕਿਸ ਜੁਗਤ ਦੇ ਨਾਲ ਧੋਤਾ ਜਾਏ। ਜਿਹੜੇ ਆਮ ਸੰਜਮ ਧਾਰਮਿਕ ਕਰਮ ਕੀਤੇ ਜਾਂਦੇ ਹਨ ਜਾਂ ਉਹਨਾਂ ਤੋਂ ਬਚਿਆ ਜਾਂਦਾ ਹੈ, ਇਹ ਜਿਹੜਾ ਸੰਜਮ ਦਾ ਵਿਚਾਰ ਹੈ ਇਹ ਸ਼ਾਇਦ ਜੈਨ ਮਤ ਤੋਂ ਆਇਆ ਹੈ, ਜੋ ਆਰੀਆਂ ਦੇ ਭਾਰਤ ਵਿੱਚ ਆਉਣ ਤੋਂ ਪਹਿਲਾਂ ਦਾ ਮਤ ਹੈ, ਪੁਰਾਤਨ ਮਤ ਹੈ। ਉਹਦੇ ਵਿੱਚ ਇਹ ਸਿਧਾਂਤ ਹੈ ਕਿ ਕਈ ਕਿਸਮ ਦੇ ਜੋ ਸੰਜਮ ਦੱਸੇ ਜਾਂਦੇ ਹਨ ਜਿਹੜੇ ਹਰ ਜੈਨੀ ਨੂੰ ਕਰਨੇ ਬਣਦੇ ਹਨ। ਪਰ ਨਾਲ ਹੀ ਉੱਥੇ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਤੋਂ ਇਹ ਸਾਰੇ ਸੰਜਮ ਨਹੀਂ ਹੁੰਦੇ ਤਾਂ ਉਹ ਆਪਣੇ ਮਨ ਨੂੰ ਸਾਧਨ ਦੇ ਲਈ ਉਹ ਕੁਝ ਇੱਕ ਸੰਜਮ ਹੀ ਸ਼ੁਰੂ ਕਰ ਦੇਵੇ, ਫਿਰ ਜਦੋਂ ਮਨ ਤਿਆਰ ਹੋ ਜਾਵੇ ਤਾਂ ਦੂਜਾ ਸ਼ੁਰੂ ਕਰ ਦੇਵੇ, ਤੀਜਾ ਸ਼ੁਰੂ ਕਰ ਦੇਵੇ। ਇਹ ਸੰਜਮ ਕੀ ਹੁੰਦੇ ਹਨ? ਕੁਝ ਖਾਸ ਚੀਜ਼ਾਂ ਖਾਣੀਆਂ, ਨਾ ਖਾਣੀਆਂ, ਪੀਣੀਆਂ, ਨਾ ਪੀਣੀਆਂ। ਇਸ ਕਿਸਮ ਦੇ ਜੋ ਸੰਜਮ ਹੁੰਦੇ ਹਨ, ਸਤਿਗੁਰੂ ਕਹਿੰਦੇ ਹਨ ਕਿ ਉਹਨਾਂ ਦੇ ਨਾਲ ਨਾ ਜਾਏ ਸਹਿਸਾ ਕਿਤੈ ਸੰਜਮ। ਪਰ ਸਵਾਲ ਹੈ ਕਿ ਜੇ ਮਨ ਮੈਲਾ ਹੈ ਤੇ ਕਿਸੇ ਸੰਜਮ ਨਾਲ, ਕਿਸੇ ਯੁਕਤੀ ਨਾਲ ਧੋਣਾ ਹੈ, ਸਾਫ਼ ਕਰਨਾ ਹੈ। ਉਹ ਸਤਿਗੁਰੂ ਜੀ ਦੱਸ ਰਹੇ ਹਨ ਕਿ ਮਨ ਧੋ, ਸ਼ਬਦ ਲਾਗੋ, ਹਰ ਰਹੋ ਦੇ ਵਿੱਚ, ਗੁਰੂ ਦੀ ਸਿੱਖਿਆ ਦੇ ਵਿੱਚ, ਗੁਰੂ ਦੀ ਬਾਣੀ ਦੇ ਵਿੱਚ ਜੁੜਨਾ ਜਿਹੜਾ ਹੈ ਉਹੀ ਇੱਕ ਜੁਗਤੀ ਹੈ। ਬਾਣੀ ਨਾਲ ਜੁੜਨਾ ਹੋ, ਚਿੱਤ ਲਾਏ ਹਰੀ ਨਾਲ, ਪ੍ਰਭੂ ਨਾਲ, ਉਹਦੇ ਗੁਣ ਗਾਉਣ ਨਾਲ, ਉਹਦੀ ਯਾਦ ਦੇ ਵਿੱਚ ਚਿੱਤ ਜੋੜਨਾ। ਤੋ ਸਤਿਗੁਰੂ ਕਹਿ ਰਹੇ ਹਨ ਕਿ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ। ਗੁਰ ਪ੍ਰਸਾਦੀ ਭਾਵ ਗੁਰੂ ਦੀ ਮਿਹਰ ਦੇ ਨਾਲ ਸਹਿਜ ਪ੍ਰਾਪਤ ਹੁੰਦਾ ਹੈ, ਤੇ ਇਹ ਸਹਿਸਾ ਜਿਹੜਾ ਹੈ ਇਹ ਇਸ ਤਰ੍ਹਾਂ ਜਾਂਦਾ ਹੈ। ਤੋ ਸਤਿਗੁਰੂ ਕਹਿ ਰਹੇ ਹਨ ਕਿ ਜੇ ਅਸੀਂ ਸਹਿਜ ਅਵਸਥਾ ਪ੍ਰਾਪਤ ਕਰਨੀ ਹੈ, ਜੇਕਰ ਅਸੀਂ ਉਸ ਪ੍ਰਭੂ ਦੀ ਯਾਦ ਦੇ ਵਿੱਚ ਜੁੜਨਾ ਹੈ, ਜੇਕਰ ਅਸੀਂ ਮਨ ਦੇ ਵਿੱਚੋਂ ਸਹਿਸੇ ਦੂਰ ਕਰਨੇ ਹਨ, ਤਾਂ ਫਿਰ ਸਤਿਗੁਰੂ ਕਹਿੰਦੇ ਹਨ ਕਿ ਇਹ ਜੋ ਸੰਜਮ ਕਰਨ ਦੀ ਲੋੜ ਹੈ ਕਿ ਗੁਰੂ ਦੀ ਬਾਣੀ ਨਾਲ, ਗੁਰੂ ਦੀ ਸਿੱਖਿਆ ਨਾਲ ਜੁੜਨਾ, ਵਾਹਿਗੁਰੂ ਜੀ ਹਰੀ ਦੇ ਗੁਣ ਗਾਉਣੇ, ਇਹਦੇ ਨਾਲ ਹੀ ਕੇਵਲ ਸਹਿਸਿਆਂ ਤੋਂ ਮੁਕਤੀ ਹੋ ਸਕਦੀ ਹੈ, ਕਿਉਂਕਿ ਇਹਨਾਂ ਦੇ ਨਾਲ ਹੀ ਮਨ ਜੋ ਹੈ ਉਹ ਸਹਿਜ ਅਵਸਥਾ ਵਿੱਚ ਆ ਸਕਦਾ ਹੈ। ਹੋਰ ਕੋਈ ਰਸਤਾ ਨਹੀਂ ਹੈ। ਕਹਿੰਦੇ ਮਨ ਧੋਵੋ, ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਹੁਣ ਸਤਿਗੁਰੂ ਅੱਗੇ ਜੋ ਸਾਨੂੰ ਵਿਚਾਰ ਦੇ ਰਹੇ ਹਨ, ਸਮਝਾ ਰਹੇ ਹਨ, ਉਹ ਇਹ ਕਹਿ ਰਹੇ ਹਨ ਕਿ ਜੇ ਬਾਹਰ ਦੇ ਕਰਮ ਅਸੀਂ ਕਰਦੇ ਹਾਂ ਤੇ ਬਾਹਰੀ ਤੌਰ ਦੇ ਉੱਤੇ ਅਸੀਂ ਜਗਤ ਨੂੰ ਆਪਣੇ ਨਿਰਮਲ ਹੋਣ ਦਾ, ਆਪਣੇ ਸਾਫ਼ ਹੋਣ ਦਾ, ਮਲੀਨ ਨਾ ਹੋਣ ਦਾ, ਇਹ ਨਿਰਮਲਤਾ ਦੀ ਜੋ ਅਸੀਂ ਪ੍ਰਭਾਵ ਅਸੀਂ ਪਾ ਸਕਦੇ ਹਾਂ। ਕਰਮਾਂ ਦਾ ਸੰਬੰਧ ਬਾਹਰੀ ਤੌਰ ਦੇ ਉੱਤੇ ਆਪਣੀ ਪਵਿੱਤਰਤਾ ਨੂੰ ਪ੍ਰੋਜੈਕਟ ਕਰਨ ਦੇ ਨਾਲ ਹੈ। ਸਤਿਗੁਰੂ ਕਹਿੰਦੇ ਹਨ ਕਿ ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿਨੀ ਜਨਮ ਜੂਐ ਹਾਰੇ। ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ,
ਸੋ ਸੁਣੈ ਨਾਹੀ ਫਿਰੈ ਜਿਉ ਬੇਤਾਲਿਆ। ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰੇ। ਹੁਣ ਸਤਿਗੁਰੂ ਕਹਿ ਰਹੇ ਹਨ ਕਿ ਜੇ ਕਰਮਾਂ ਦੇ ਨਾਲ ਬਾਹਰੀ ਪਵਿੱਤਰਤਾ ਅਸੀਂ ਪ੍ਰੋਜੈਕਟ ਕਰ ਲਈ, ਕਰਮ ਕਰਕੇ ਔਰ ਦੁਨੀਆ ਦੇ ਉੱਤੇ ਅਸੀਂ ਇਹ ਪ੍ਰਭਾਵ ਪੈਦਾ ਕਰ ਲਈਏ ਕਿ ਕੀ ਜੇ ਅਸੀਂ ਬਾਹਰੀ ਤੌਰ ਦੇ ਉੱਤੇ ਆਪਣੀ ਨਿਰਮਲਤਾ ਉਹ ਜੋ ਪ੍ਰਗਟ ਕਰ ਲਈਏ, ਕਿਉਂਕਿ ਅਸੀਂ ਕਰਮ ਕਰਦੇ ਹਾਂ, ਧਾਰਮਿਕ ਕਰਮ ਕਰਦੇ ਹਾਂ, ਸੰਜਮ ਕਰਦੇ ਹਾਂ, ਤੇ ਤਾਂ ਵੀ ਜਿਹੜਾ ਹੈ ਇਹ ਸਾਡਾ ਕੁਝ ਸਵਰੇਗਾ ਨਹੀਂ। ਸਤਿਗੁਰੂ ਕਹਿ ਰਹੇ ਹਨ ਕਿ ਇਹ ਤਾਂ ਇਸ ਜਨਮ ਨੂੰ, ਇਸ ਨੂੰ ਜੂਏ ਵਿੱਚ ਗਵਾਉਣ ਦੇ ਵਾਂਗ ਹੈ। ਜਿਵੇਂ ਅਸੀਂ ਕੋਈ ਜੁਆਰੀ ਜਨਮ ਆਪਣਾ ਜੂਏ ਚ ਹਾਰ ਜਾਵੇ, ਸਾਡੀ ਅਵਸਥਾ ਉਹ ਹੈ ਜੀਓ ਮੈਲੇ ਬਾਹਰੋਂ ਨਿਰਮਲ। ਹੁਣ ਸਤਿਗੁਰੂ ਕਹਿ ਰਹੇ ਹਨ ਕਿ ਇੱਕ ਪਾਸੇ ਕਰਮਾਂ ਦੇ ਨਾਲ ਸਾਨੂੰ ਕੁਝ ਪ੍ਰਾਪਤ ਨਹੀਂ ਹੁੰਦਾ, ਦੂਜੇ ਪਾਸੇ ਕਹਿ ਰਹੇ ਹਨ ਕਿਉਂਕਿ ਉਹ ਸਹਿਸੇ ਦੂਰ ਨਹੀਂ ਹੁੰਦੇ। ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਜੇ ਸਾਡੇ ਮਨ ਦੇ ਵਿੱਚੋਂ ਮੈਲ ਦੂਰ ਨਹੀਂ ਹੋਈ, ਬਾਹਰੀ ਤੌਰ ਦੇ ਉੱਤੇ ਅਸੀਂ ਨਿਰਮਲ ਹਾਂ, ਬਾਹਰੀ ਤੌਰ ਦੇ ਉੱਤੇ ਸਾਨੂੰ ਇਹਦੇ 'ਚ ਦੁਨੀਆ ਨੂੰ ਅਸੀਂ ਦਿਖਾਵਾ ਕਰ ਰਹੇ ਹਾਂ ਕਿ ਸਾਡਾ ਜੀਵਨ ਬੜਾ ਪਵਿੱਤਰ ਹੈ, ਨਿਰਮਲ ਹੈ, ਪਰ ਜੇ ਅੰਦਰੋਂ ਸਾਡੇ ਮੈਲ ਲੱਗੀ ਹੋਈ ਹੈ, ਕਿਉਂਕਿ ਸਤਿਗੁਰੂ ਜੀ ਨੇ ਪਹਿਲਾਂ ਵੀ ਜੋ ਜ਼ਿਕਰ ਕੀਤਾ ਸੀਗਾ ਕਿ ਇਹ ਜੋ ਮੈਲ ਹੈ ਅੰਦਰ ਦੀ, ਉਹ ਧੋਣਾ ਜਿਹੜਾ ਹੈ ਸਹਿਜ ਸਹਿਜ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਕਿਉਂਕਿ ਜੀਵਨ ਨੂੰ ਸਫਲ ਕਰਨ ਦਾ ਤਰੀਕਾ ਹੈ ਕਿ ਮਨ ਦੀ ਮੈਲ ਨੂੰ ਧੋਣਾ ਹੈ। ਤੇ ਇੱਥੇ ਸਤਿਗੁਰੂ ਜੀ ਫਿਰ ਉਸੇ ਚੀਜ਼ ਨੂੰ ਹੀ ਅੱਗੇ ਹੋਰ ਐਕਸਪੈਂਡ ਕਰਕੇ ਦੱਸ ਰਹੇ ਹਨ ਕਿ ਜਦੋਂ ਅਸੀਂ ਬਾਹਰੀ ਤੌਰ ਦੇ ਉੱਤੇ ਧਾਰਮਿਕ ਕਰਮਾਂ ਕਰਕੇ ਆਪਣੇ ਆਪ ਨੂੰ ਨਿਰਮਲ ਸ਼ੋਅ ਕਰਦੇ ਹਾਂ, ਪਰ ਅੰਦਰੋਂ ਸਾਡੇ ਜੋ ਹੈ ਉਹ ਮੈਲ ਦੂਰ ਨਹੀਂ ਹੁੰਦੀ, ਤਾਂ ਫਿਰ ਉਹ ਕੀ ਅਵਸਥਾ ਹੈ। ਉਹ ਸਤਿਗੁਰੂ ਜੀ ਨੇ ਦੂਜੀ ਪੰਕਤੀ ਦੇ ਵਿੱਚ ਕਿਹਾ ਹੈ ਤਿੰਨੀ ਜਨਮ ਜੂਐ ਹਾਰੇ। ਹੁਣ ਇਹਦੇ ਵਿੱਚ ਸਤਿਗੁਰੂ ਜੀ ਨੇ ਕੁਝ ਨਿਸ਼ਾਨੀਆਂ ਦੱਸੀਆਂ ਹਨ ਕਿ ਅਜਿਹੇ ਬੰਦਿਆਂ ਦੀ ਅਵਸਥਾ ਕੀ ਬਣ ਜਾਂਦੀ ਹੈ। ਬਾਹਰੀ ਧਾਰਮਿਕ ਕਰਮ ਕੀਤੇ ਪਰ ਅੰਦਰ ਆਪਣਾ ਮਨ ਪਵਿੱਤਰ ਨਹੀਂ ਕੀਤਾ। ਸਤਿਗੁਰੂ ਕਹਿੰਦੇ ਹਨ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ। ਇਹ ਇੱਕ ਵੱਡਾ ਰੋਗ ਤ੍ਰਿਸ਼ਨਾ ਦਾ ਲੱਗ ਗਿਆ ਮਨ ਦੇ ਵਿੱਚ, ਕਿਉਂਕਿ ਇਹ ਤਾਂ ਮਨ ਦਾ ਰੋਗ ਹੀ ਹੈ। ਤੇ ਦੂਜਾ ਸਤਿਗੁਰੂ ਜੀ ਕਹਿ ਰਹੇ ਹਨ ਕਿ ਮਰਨ ਮਨੋ ਵਿਸਾਰਿਆ। ਮਨ ਦੇ ਵਿੱਚੋਂ ਇਹ ਡਰ ਹੀ ਨਹੀਂ ਕਦੀ ਆਇਆ ਕਿ ਕਦੀ ਤਾਂ ਮੇਰੇ ਕੀਤੇ ਹੋਏ ਕੰਮਾਂ ਦਾ ਨਿਬੇੜਾ ਹੋਏਗਾ, ਕਦੀ ਤਾਂ ਉਹ ਵਕਤ ਮੈਨੂੰ ਫੇਸ ਕਰਨਾ ਪਏਗਾ ਜਦੋਂ ਮੇਰੇ ਕੀਤੇ ਹੋਏ ਕਰਮ ਮੇਰੇ ਸਾਹਮਣੇ ਆ ਕੇ ਖੜੇ ਹੋ ਜਾਣਗੇ। ਇਹ ਨਹੀਂ ਹੋ ਸਕਦਾ ਕਿ ਅਸੀਂ ਬਾਹਰੀ ਕਰਮ ਕਰੀ ਜਾਈਏ ਤੇ ਅੰਦਰੋਂ ਤ੍ਰਿਸ਼ਨਾ ਉਤਰ ਜਾਵੇ, ਜਾਂ ਸਾਡੇ ਜੋ ਕਰਮਾਂ ਦਾ ਨਿਬੇੜਾ ਹੈ ਉਹਦੇ ਤੋਂ ਸਾਡਾ ਛੁਟਕਾਰਾ ਹੋ ਜਾਵੇ। ਫਿਰ ਅਜਿਹੇ ਵਿਅਕਤੀ ਆਪਣੇ ਆਪ ਨੂੰ ਬੜੇ ਵੱਡੇ ਧਾਰਮਿਕ ਗ੍ਰੰਥਾਂ ਦੇ ਅਧਿਐਨ ਕਰਨ ਵਾਲੇ ਗਿਆਤਾ ਆਪਣੇ ਆਪ ਨੂੰ ਪ੍ਰਗਟ ਕਰਦੇ ਹਨ, ਪਰ ਹਾਲਤ ਇਹ ਹੁੰਦੀ ਹੈ ਕਿ ਜਿਹੜਾ ਉਹਦਾ ਤੱਤ ਮੈਸੇਜ ਹੈ, ਜਿਹੜਾ ਉਹਦਾ ਤੱਤ ਹੈ, ਉਹ ਮੈਸੇਜ ਜਿਹੜਾ ਹੈ ਉਹ ਭੁੱਲ ਜਾਂਦੇ ਹਨ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ। ਹੁਣ ਗ੍ਰੰਥ ਤਾਂ ਪੜ੍ਹ ਲਏ, ਪਰ ਜੇ ਗ੍ਰੰਥਾਂ ਦਾ ਤੱਤ ਦੀ ਗੱਲ ਕਰੀਏ ਵੀ ਅਸਲ ਮੈਸੇਜ ਕੀ ਹੈ, ਉਹ ਹੈ ਪ੍ਰਭੂ ਦੇ ਨਾਲ ਜੁੜਨ ਦਾ ਮੈਸੇਜ। ਉਸ ਪ੍ਰਭੂ ਦੀ ਯਾਦ ਸਿਫਤ ਸਲਾਹ ਦੇ ਨਾਲ ਜੁੜਨ ਦਾ ਮੈਸੇਜ, ਉਹਦੇ ਨਾਮ ਨਾਲ ਜੁੜਨ ਦਾ ਮੈਸੇਜ, ਉਹਦੇ ਸਿਮਰਨ ਦੇ ਵਿੱਚ ਜੁੜਨ ਦਾ ਮੈਸੇਜ। ਉਹ ਸਤਿਗੁਰੂ ਜੀ ਕਹਿ ਰਹੇ ਹਨ ਕਿ ਉਹ ਤੇ ਹਰ ਧਾਰਮਿਕ ਗ੍ਰੰਥ ਦੇ ਵਿੱਚ ਪ੍ਰਭੂ ਨਾਲ ਜੁੜਨ ਦੀ ਸਿੱਖਿਆ ਦਿੱਤੀ ਗਈ। ਇਸ ਸਿੱਖਿਆ ਨੂੰ ਸਤਿਗੁਰੂ ਜੀ ਨੇ ਨਾਮ ਦਾ ਸ਼ਬਦ ਦਿੱਤਾ ਹੈ ਕਿ ਹਰ ਧਾਰਮਿਕ ਗ੍ਰੰਥ ਦੇ ਵਿੱਚ ਪ੍ਰਭੂ ਦੀ ਯਾਦ, ਪ੍ਰਭੂ ਦੀ ਸਿਫਤ ਸਲਾਹ ਹੈ ਤੇ ਉਹਦੇ ਨਾਲ ਜੁੜਨ ਦੀ ਪ੍ਰੇਰਨਾ ਹੈ ਆਪੋ ਆਪਣੇ ਢੰਗ ਦੇ ਨਾਲ। ਪਰ ਸਤਿਗੁਰੂ ਕਹਿੰਦੇ ਹਨ ਕਿ ਉਹ ਤਾਂ ਉਹ ਸੁਣਦੇ ਹੀ ਕੋਈ ਨਹੀਂ, ਪੜ੍ਹੀ ਵੀ ਜਾ ਰਹੇ ਹਨ, ਲੋਕਾਂ ਨੂੰ ਸੁਣਾਈ ਵੀ ਜਾ ਰਹੇ ਹਨ, ਆਪਣਾ ਗਿਆਨ ਵੀ ਪ੍ਰਗਟ ਕਰਦੇ ਜਾ ਰਹੇ ਹਨ, ਪ੍ਰਮਾਣ ਵੀ ਦੇ ਰਹੇ ਹਨ, ਉਦਾਹਰਨਾਂ ਵੀ ਦੇ ਰਹੇ ਹਨ, ਪਰ ਆਪ ਨਹੀਂ ਉਹਨੂੰ ਸੁਣ ਰਹੇ। ਤੇ ਫਿਰ ਇਹ ਸਤਿਗੁਰੂ ਜੀ ਨੇ ਕਿਹਾ ਕਿ ਫਿਰੈ ਜਿਉ ਬੇਤਾਲਿਆ। ਭਾਵ ਇਹ ਹੈ ਕਿ ਉਹਨਾਂ ਦੇ ਜੀਵਨ ਦੀ ਤਾਲ ਖਤਮ ਹੋ ਚੁੱਕੀ ਹੈ। ਹੁਣ ਦੋ ਸ਼ਬਦ ਸਤਿਗੁਰੂ ਜੀ ਨੇ ਵਰਤ ਲਏ ਕਿ ਜੇ ਵਿਅਕਤੀਆਂ ਨੂੰ ਜੂਏ ਹਾਰਨ, ਜੁਆਰੀ ਹਾਰੇ ਹੋਏ ਜੁਆਰੀ ਵਾਲੀ ਸੰਗਿਆ ਦੇ ਦਿੱਤੀ ਤੇ ਬੇਤਾਲੇ ਵਾਲੀ ਸੰਗਿਆ ਦੇ ਦਿੱਤੀ। ਬੇਤਾਲਾ ਅਸੀਂ ਉਹਨੂੰ ਕਹਿੰਦੇ ਹਾਂ ਜਿਸ ਬੰਦੇ ਨੂੰ ਜੀਵਨ ਜਿਉਣ ਦਾ ਚੱਜ ਹੀ ਨਾ ਹੋਵੇ, ਪਤਾ ਹੀ ਨਾ ਹੋਵੇ ਕਿ ਜੀਵਨ ਕਿਵੇਂ ਜੀਣਾ, ਜੀਵਨ ਦੀ ਤਾਲ ਹੀ ਜਿਹਦੀ ਬੇਤਾਲੀ ਹੋ ਚੁੱਕੀ ਹੋਵੇ, ਜੀਵਨ ਬੇਤਾਲਾ ਹੋ ਚੁੱਕਾ ਹੋਵੇ, ਉਹਨੂੰ ਬੇਤਾਲ ਕਿਹਾ ਜਾਂਦਾ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਮਨ ਦੇ ਵਿੱਚ
ਉਹ ਸਦਾ ਥਿਰ ਪ੍ਰਭੂ ਦੀ ਯਾਦ ਨਹੀਂ ਵਸਾਈ, ਮਾਇਆ ਦੇ ਵਿੱਚ ਹੀ ਲੱਗੇ ਰਹੇ, ਤਾਂ ਜਨਮ ਜੂਏ ਵਿੱਚ ਹਾਰਨ ਵਾਲੀ ਗੱਲ ਹੈ। ਔਰ ਕਾਰਨ ਬੜੇ ਸਪਸ਼ਟ ਹਨ ਕਿ ਮਨ ਦੇ ਵਿੱਚ ਤ੍ਰਿਸ਼ਨਾ ਦਾ ਰੋਗ ਲੱਗਾ ਹੈ, ਮਨ ਦੇ ਵਿੱਚ ਡਰ, ਸਹਿਸੇ ਤੇ ਜਿਹੜਾ ਮੋਹ ਹੈ ਮਾਇਆ ਦਾ, ਉਹ ਪੂਰੀ ਤਰ੍ਹਾਂ ਪਕੜ ਦੇ ਵਿੱਚ ਹੈ। ਮਨ ਦੇ ਉੱਤੇ ਵਿਕਾਰਾਂ ਦੀ ਪਕੜ ਹੈ। ਇਹ ਕਦੀ ਬੰਦਾ ਸੋਚਦਾ ਹੀ ਨਹੀਂ ਕਿ ਜੋ ਮੈਂ ਕਰ ਰਿਹਾ ਹੈ ਕਿਸੇ ਨਾ ਕਿਸੇ ਦਿਨ ਤਾਂ ਮੈਨੂੰ ਇਹਦਾ ਰਿਜ਼ਲਟ ਜਿਹੜਾ ਹੈ ਉਹ ਦੇਖਣਾ ਪੈਣਾ ਹੈ। ਤਾਂ ਫਿਰ ਅਜਿਹੇ ਵਿਅਕਤੀ ਜੀਵਨ ਦੇ ਹਰ ਖੇਤਰ ਵਿੱਚ ਹੀ ਅਗਰ ਦੇਖੀਏ, ਜਦੋਂ ਬੰਦਾ ਆਪਣੇ ਆਉਣ ਵਾਲੇ ਸਮੇਂ ਦੀ ਵਿਚਾਰ ਨਹੀਂ ਕਰਦਾ, ਜਦੋਂ ਆਪਣਾ ਕਿਸੇ ਸਿਸਟਮ ਦੇ ਵਿੱਚ ਨਹੀਂ ਚੱਲਦਾ, ਤੇ ਫਿਰ ਉਹਦੀ ਹਾਲਤ ਤਾਂ ਜਿਹੜੀ ਹੈ ਉਹ ਬੇਤਾਲਿਆਂ ਵਾਲੀ ਹੋ ਜਾਂਦੀ ਹੈ। ਸਤਿਗੁਰੂ ਕਹਿੰਦੇ ਹਨ, ਜਿਨ ਸੱਚ ਤਜਿਆ ਕੂੜੇ ਲਾਗੇ, ਤਿਨੀ ਜਨਮ ਜੂਐ ਹਾਰੇ। ਹੁਣ ਇਹ ਪਹਿਲੀ ਅਵਸਥਾ ਦਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ। ਪਹਿਲੇ ਗੱਲ ਕੀਤੀ ਸੀ ਕਿ ਬਈ ਜਿੱਥੇ ਉਹ ਅਵਸਥਾ ਹੈ ਜਿਨ ਸੱਚ ਤਜਿਆ ਕੂੜੇ ਲਾਗੇ ਦੀ ਅਵਸਥਾ ਦੀ ਹੁਣ ਸਤਿਗੁਰੂ ਜੀ ਗੱਲ ਕਰ ਰਹੇ ਹਨ ਕਿ ਉਹ ਅਵਸਥਾ ਦੇ ਮੁਕਾਬਲੇ ਤੇ ਹੁਣ ਸਤਿਗੁਰੂ ਜੀ ਗੱਲ ਕਰ ਰਹੇ ਹਨ। ਕੀ ਗੱਲ ਕਰ ਰਹੇ ਹਨ? ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਨ, ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ, ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹੈ ਗੁਰ ਨਾਲੇ। ਹੁਣ ਪਹਿਲੇ ਸੀ ਸੱਚ ਤਜਿਆ ਕੂੜੇ ਲਾਗੇ, ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕੂੜ ਕੀ ਸੋਏ ਪਹੁੰਚੈ। ਹੁਣ ਪਹਿਲੇ ਗੱਲ ਸੀ ਕੂੜੇ ਲਾਗੇ, ਜਿਨ ਸੱਚ ਤਜਿਆ ਕੂੜੇ ਲਾਗੇ, ਤੇ ਇੱਥੇ ਕੂੜ ਕੀ ਸੋਏ ਪਹੁੰਚੈ ਨਹੀਂ, ਕੂੜ ਦੀ ਤਾਂ ਖਬਰ ਵੀ ਨਹੀਂ ਪਹੁੰਚਦੀ, ਕੂੜ ਤੋਂ ਇੰਨੀ ਦੂਰ ਨੇ ਜਿਵੇਂ ਕਿ ਕੂੜ ਹੁੰਦਾ ਹੀ ਨਹੀਂ ਹੈ। ਉਹਨਾਂ ਦੀ ਉਹ ਅਵਸਥਾ ਹੈ। ਪਰ ਇਹ ਅਵਸਥਾ ਪ੍ਰਾਪਤ ਕਿਵੇਂ ਹੁੰਦੀ ਹੈ? ਸਤਿਗੁਰੂ ਜੀ ਕਹਿ ਰਹੇ ਹਨ, ਸਤਿਗੁਰ ਤੇ ਕਰਨੀ ਕਮਾਣੀ। ਬਸ ਇੱਕੋ ਹੀ ਰਸਤਾ ਹੈ ਕਿ ਜੋ ਸਤਿਗੁਰੂ ਦਾ ਉਪਦੇਸ਼ ਹੈ ਉਹਨੂੰ ਮਨ ਦੇ ਵਿੱਚ ਵਸਾ, ਜੋ ਸਤਿਗੁਰੂ ਦਾ ਉਪਦੇਸ਼ ਹੈ ਉਹਨੂੰ ਜੀਵਨ ਦੇ ਵਿੱਚ ਕਰਨੀ ਕਮਾਣੀ। ਇਹਨੂੰ ਇੱਥੇ ਸਤਿਗੁਰੂ ਯਾਦ ਕਰਨ ਦੀ ਗੱਲ ਨਹੀਂ ਕਹਿ ਰਹੇ, ਲੋਕਾਂ ਨੂੰ ਸੁਣਾਉਣ ਦੀ ਗੱਲ ਜਿਵੇਂ ਪਹਿਲਾਂ ਦੀ ਗੱਲ ਕੀਤੀ ਹੈ ਉਹ ਨਹੀਂ ਕਰ ਰਹੇ। ਹੁਣ ਸਤਿਗੁਰੂ ਜੀ ਜਿਹੜੀ ਹੈ ਉਹ ਪੜ੍ਹਨ ਤੇ ਸੁਣਾਉਣ ਦੀ ਗੱਲ ਨਹੀਂ ਕਰ ਰਹੇ, ਹੁਣ ਕਮਾਉਣ ਦੀ ਗੱਲ ਕਰ ਰਹੇ। ਜਿਹੜੀ ਗੱਲ ਪਹਿਲਾਂ ਸੀ ਕਿ ਬਈ ਉਹ ਬੇਤਾਲੇ ਹਨ, ਆਪ ਸੁਣਦੇ ਹੀ ਨਹੀਂ, ਜਿਹੜੀ ਸਿੱਖਿਆ ਧਰਮ ਗ੍ਰੰਥਾਂ ਵਿੱਚੋਂ ਮਿਲ ਰਹੀ ਹੈ, ਤੇ ਹੁਣ ਸਤਿਗੁਰੂ ਜੀ ਕਹਿ ਰਹੇ ਹਨ ਸਤਿਗੁਰ ਤੇ ਕਰਨੀ ਕਮਾਣੀ। ਤੇ ਸਤਿਗੁਰ ਦੀ ਕਮਾਈ ਹੋਈ ਮਤਲਬ ਉਸਦੀ ਸਿੱਖਿਆ ਨੂੰ ਕਮਾਉਂਦੇ ਹਾਂ ਜਦੋਂ, ਤਾਂ ਫਿਰ ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਮਨਸਾ ਭਾਵ ਜਿਹੜੇ ਮਨ ਦੇ ਫੁਰਨੇ ਹਨ। ਫਿਰ ਮਨ ਦਾ ਹਰ ਫੁਰਨਾ ਉਹ ਸਦਾ ਥਿਰ ਪ੍ਰਭੂ ਦੇ ਵਿਚਾਰ ਦੇ ਵਿੱਚ, ਸਦਾ ਥਿਰ ਪ੍ਰਭੂ ਦੀ ਯਾਦ ਦੇ ਵਿੱਚ, ਉਹਦੇ ਗੁਣਾਂ ਦੇ ਨਾਲ ਹੀ ਸੱਚ ਸਮਾਣੀ। ਹੁਣ ਕਿੱਥੇ ਉਹ ਸੀ ਕਿ ਮਨ ਦੇ ਸਹਿਸੇ ਹੀ ਨਹੀਂ ਦੂਰ ਹੋ ਰਹੇ, ਤੇ ਕਿੱਥੇ ਇਹ ਅਵਸਥਾ ਹੈ ਸਤਿਗੁਰੂ ਦੀ ਸਿੱਖਿਆ ਤੇ ਚੱਲਣ ਦਾ, ਜੋ ਸਤਿਗੁਰੂ ਜੀ ਫਲ ਦੱਸ ਰਹੇ ਹਨ ਕਿ ਮਨ ਦੇ ਫੁਰਨੇ ਵੀ ਪ੍ਰਭੂ ਦੇ ਨਾਲ ਜੁੜ ਗਏ, ਉਹ ਨਾਮ ਤੋਂ ਵਿਛੜਦੇ ਹੀ ਨਹੀਂ। ਹਰ ਚੀਜ਼ ਜਿਹੜੀ ਹੈ ਉਹ ਸਤਿਗੁਰੂ ਕਹਿ ਰਹੇ ਹਨ ਕਿ ਉਹ ਮਨ ਦੇ ਫੁਰਨੇ ਵੀ ਜਿਹੜੇ ਹਨ ਉਹ ਪ੍ਰਭੂ ਦੀ ਯਾਦ ਦੇ ਨਾਲ ਜੁੜੇ ਹੋਏ। ਤੇ ਇਹਨਾਂ ਦੇ ਬਾਰੇ ਸਤਿਗੁਰੂ ਜੀ ਕੀ ਕਹਿ ਰਹੇ ਹਨ? ਜਨਮ ਰਤਨ ਜਿਨੀ ਖੱਟਿਆ। ਪਹਿਲੇ ਗੱਲ ਕਰ ਰਹੇ ਸਨ ਜਨਮ ਜੂਐ ਹਾਰਿਆ ਦੀ, ਹੁਣ ਕਹਿ ਰਹੇ ਹਨ ਜਨਮ ਰਤਨ ਜਿਨੀ ਖੱਟਿਆ। ਇਹ ਹੀਰੇ ਜੈਸਾ ਜਿਹੜਾ ਜਨਮ ਹੈ ਇਹ ਹੁਣ ਅਸੀਂ ਕਮਾਈ ਕਰ ਰਹੇ ਹਾਂ ਇਹਦੀ। ਐਸਾ ਵਿਅਕਤੀ ਉਹਦੀ ਕਮਾਈ ਕਰਦਾ ਹੈ। ਕਿਉਂ? ਕਿਉਂਕਿ ਉਹ ਸਤਿਗੁਰੂ ਦੀ ਸਿੱਖਿਆ ਦੇ ਉੱਤੇ ਕਰਨੀ ਕਮਾਣੀ ਦੀ ਅਵਸਥਾ ਦੇ ਵਿੱਚ ਹੈ। ਤੋ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣਜਾਰੇ। ਹੁਣ ਵਣਜਾਰੇ ਭਾਵ ਉਹ ਸਕਸੈਸਫੁਲ ਟ੍ਰੇਡਰ ਅਸੀਂ ਕਹਿ ਲਈਏ, ਜਿਨ੍ਹਾਂ ਨੇ ਮਨ ਦੇ ਵਿਕਾਰ ਦੇ ਦਿੱਤੇ ਤੇ ਹਰੀ ਦੇ ਨਾਮ ਦੀ ਖੱਟੀ ਖੱਟ ਲਈ। ਪਹਿਲੇ ਉਹ ਜੁਆਰੀਏ ਸਨ, ਹਾਰੇ ਹੋਏ ਜੁਆਰੀਏ, ਉਹ ਵੀ ਆਮ ਜੁਆਰੀਏ, ਕਦੀ ਜਿੱਤੇ ਕਦੀ ਹਾਰੇ ਨਹੀਂ। ਉਹ ਜੁਆਰੀਏ ਤਿੰਨੀ ਜਨਮ ਜੂਐ ਹਾਰੇ। ਤਾਂ ਸਤਿਗੁਰੂ ਜੀ ਇੱਥੇ ਕਹਿ ਰਹੇ ਹਨ ਭਲੇ ਸੇ ਵਣਜਾਰੇ। ਉਹ ਬੜੇ ਚੰਗੇ ਹਨ, ਸਭ ਨੂੰ ਚੰਗੇ ਲੱਗਦੇ ਹਨ, ਪ੍ਰਭੂ ਨੂੰ ਵੀ ਚੰਗੇ ਲੱਗਦੇ ਹਨ, ਕਿਉਂਕਿ ਉਹਨਾਂ ਨੇ ਜਨਮ ਰਤਨ ਜਿਨੀ ਖੱਟਿਆ। ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹੈ ਗੁਰ ਨਾਲੇ। ਹੁਣ ਇੱਥੇ ਦੇਖੋ, ਸਦਾ ਰਹੈ ਗੁਰ ਨਾਲੇ। ਗੁਰੂ ਦੀ ਸਿੱਖਿਆ ਦੇ ਨਾਲ ਜੁੜਨ ਨਾਲ, ਆਪਣੇ ਮਨ ਨੂੰ ਗੁਰੂ ਦੇ ਨਾਲ ਜੋੜਨ ਦੇ ਨਾਲ
ਗੁਰੂ ਦੀ ਸਿੱਖਿਆ ਨੂੰ ਕਮਾਉਣ ਦੇ ਨਾਲ ਸਤਿਗੁਰੂ ਜੀ ਕਹਿ ਰਹੇ ਹਨ ਕਿ ਜਨਮ ਰਤਨ ਜਿਨੀ ਖੱਟਿਆ। ਉੱਥੇ ਫਿਰ ਉਹ ਅਕਾਲ ਪੁਰਖ ਦੇ ਨਾਲ ਲਿਵ ਜੋੜਨੀ, ਮਨਸਾ ਸੱਚ ਸਮਾਣੀ ਦੀ ਅਵਸਥਾ ਆਪਣੇ ਆਪ ਆਣੀ ਹੈ ਜਦੋਂ ਸਦਾ ਰਹੇ ਗੁਰ ਨਾਲੇ। ਤਾਂ ਸਾਡੇ ਵਾਸਤੇ ਸਤਿਗੁਰੂ ਜੀ ਨੇ ਇੱਕ ਨਕਸ਼ੇ ਖਿੱਚ ਦਿੱਤੇ ਸਾਡੇ ਸਾਹਮਣੇ। ਇੱਕ ਉਹ ਜਿਹੜੇ ਜਨਮ ਨੂੰ ਜੂਏ ਜੁਆਰੀਏ ਵਾਂਗ ਹਾਰ ਕੇ ਤੁਰ ਜਾਂਦੇ ਹਨ, ਤੇ ਦੂਜੇ ਉਹ ਜਿਹੜੇ ਭਲੇ ਬਣ ਜਾ ਰਹੇ ਹਨ, ਜਿਹੜੇ ਖੱਟ ਕੇ ਜਾਂਦੇ ਹਨ। ਫਰਕ ਕੇਵਲ ਇੱਕੋ ਹੀ ਹੈ, ਫਰਕ ਹੈ ਸਤਿਗੁਰ ਤੇ ਕਰਨੀ ਕਮਾਣੀ ਤੇ ਸਦਾ ਰਹੇ ਗੁਰ ਨਾਲੇ। ਹੁਣ ਸਤਿਗੁਰੂ ਜੀ ਇਸ ਅਵਸਥਾ ਦਾ, ਜਿਹਦਾ ਸਤਿਗੁਰੂ ਜੀ ਨੇ ਇਹ 20ਵੀਂ ਪੌੜੀ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਜੀਉ ਨਿਰਮਲ ਬਾਹਰੋਂ ਨਿਰਮਲ, ਹੁਣ ਉਹਨੂੰ ਹੋਰ ਐਕਸਪੈਂਡ ਕਰਕੇ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ। ਉਹ ਅਵਸਥਾ ਜਿਹੜੀ ਗੁਰੂ ਦੇ ਸਾਹਮਣੇ ਜਾਣ ਜੋਗੀ ਅਵਸਥਾ ਹੋਵੇ, ਸਨਮੁਖ ਦੀ ਅਵਸਥਾ ਹੋਵੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨ ਜਾਣੈ ਕੋਏ। ਕਹੈ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਵੇ। ਸਤਿਗੁਰੂ ਜੀ ਇਸ ਪੌੜੀ ਦੇ ਵਿੱਚ ਕਹਿ ਰਹੇ ਹਨ, ਸਨਮੁਖ ਕੌਣ ਹੈ? ਜਿਹੜਾ ਗੁਰੂ ਦੇ ਸਨਮੁਖ ਹੋ ਸਕਦਾ ਹੈ। ਗੁਰੂ ਦੇ ਸਨਮੁਖ ਦਾ ਭਾਵ ਹੈ ਜਿਹੜਾ ਗੁਰੂ ਦੇ ਦੱਸੇ ਅਨੁਸਾਰ ਜੀਵਨ ਜੀ ਰਿਹਾ ਹੈ, ਜਿਹਨੇ ਆਪਣਾ ਜੀਵਨ ਗੁਰੂ ਦੀ ਸਿੱਖਿਆ ਅਨੁਸਾਰ ਢਾਲਿਆ ਹੋਇਆ। ਹੁਣ ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਕੁਝ ਸ਼ਬਦ ਵਰਤੇ ਹਨ ਜਿਹੜੇ ਸਾਡੇ ਧਿਆਨ ਦੇਣ ਯੋਗ ਹਨ। ਪਹਿਲਾਂ ਤਾਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਜਿਉ ਰਹਿ ਗੁਰ ਨਾਲੇ। ਹੁਣ ਸਨਮੁਖ ਹੋਣ ਦੀ ਜਿਹੜੀ ਨਿਸ਼ਾਨੀਆਂ ਹਨ, ਪਹਿਲੀ ਨਿਸ਼ਾਨੀ ਸਤਿਗੁਰੂ ਕਹਿ ਰਹੇ ਹਨ ਕਿ ਜਿਉ ਰਹਿ ਗੁਰ ਨਾਲੇ, ਉਹਦਾ ਮਨ ਹਮੇਸ਼ਾ ਗੁਰੂ ਦੇ ਨਾਲ ਜੁੜਿਆ ਹੋਵੇ। ਫਿਰ ਸਤਿਗੁਰੂ ਜੀ ਫਰਮਾ ਰਹੇ ਹਨ, ਗੁਰ ਕੇ ਚਰਨ ਹਿਰਦੈ ਧਿਆਏ। ਹਿਰਦੇ ਦੇ ਵਿੱਚ ਗੁਰੂ ਕੇ ਚਰਨ ਹੋਣ, ਭਾਵ ਗੁਰੂ ਦੀ ਸਿੱਖਿਆ ਨੂੰ ਮਨ ਦੇ ਵਿੱਚ ਵਸਾਵੇ, ਹਿਰਦੇ ਦੇ ਵਿੱਚ। ਫਿਰ ਸਤਿਗੁਰੂ ਕਹਿ ਰਹੇ ਹਨ, ਅੰਤਰ ਆਤਮਾ ਸਮਾਲੇ। ਤਿੰਨ ਵਾਰੀ ਸਤਿਗੁਰੂ ਜੀ ਨੇ ਅੰਦਰ ਦੀ ਗੱਲ ਕੀਤੀ ਹੈ। ਗੁਰੂ ਸੇਤੀ ਸਨਮੁਖ ਹੋਣ ਦੀ ਨਿਸ਼ਾਨੀ ਜਿਹੜੀ ਹੈ, ਉਹ ਸਾਰੀਆਂ ਦੀਆਂ ਸਾਰੀਆਂ ਨਿਸ਼ਾਨੀਆਂ ਅੰਦਰ ਦੀਆਂ ਨਿਸ਼ਾਨੀਆਂ। ਜਿਉ ਰਹਿ ਗੁਰ ਨਾਲੇ, ਗੁਰ ਕੇ ਚਰਨ ਭਾਵ ਗੁਰੂ ਦੀ ਸਿੱਖਿਆ ਨੂੰ ਹਿਰਦੈ ਧਿਆਏ, ਹਿਰਦੇ ਦੇ ਵਿੱਚ ਵਸਾ ਲਵੇ, ਧਿਆਨ ਦੇ ਵਿੱਚ ਰੱਖੇ। ਅੰਤਰ ਆਤਮਾ ਸੰਭਾਲੇ ਭਾਵ ਸੰਭਾਲ ਕੇ ਰੱਖੇ, ਯਾਦ ਕਰਕੇ ਰੱਖੇ। ਪਰ ਇਹ ਸਾਰੇ ਅੰਦਰ ਦੀ ਖੇਡ ਹੈ। ਸਨਮੁਖ ਹੋਣਾ ਅੰਦਰ ਦੀ ਖੇਡ ਹੈ, ਬਾਹਰ ਦੀ ਖੇਡ ਨਹੀਂ ਹੈ। ਆਪ ਛੱਡ ਸਦਾ ਰਹਿ ਪਰਣੈ, ਉਹਦਾ ਆਸਰਾ ਕੇਵਲ ਗੁਰੂ ਹੀ ਹੋਵੇ। ਪਰਣੈ ਭਾਵ ਆਸਰਾ, ਤੇ ਗੁਰਬਿਨ ਅਵਰ ਨਾ ਜਾਣਾ ਕੋਈ, ਹੋਰ ਕਿਸੇ ਚੀਜ਼ ਦੀ ਕੋਈ ਓਟ ਨਹੀਂ ਹੈ, ਟੇਕ ਨਹੀਂ ਹੈ। ਮੈਂ ਇਹ ਕਰਮ ਕਰ ਲਿਆ ਹੈ, ਮੈਂ ਇੰਨੀ ਵਾਰੀ ਇਹ ਯਾਤਰਾ ਕੀਤੀ ਹੈ, ਇੰਨੀ ਵਾਰੀ ਫਲਾਣਾ ਕਰਮ ਕੀਤਾ ਹੈ, ਨਹੀਂ। ਟੇਕ ਕੇਵਲ ਗੁਰੂ ਦੀ ਹੈ, ਗੁਰੂ ਦੀ ਸਿੱਖਿਆ ਦੀ ਹੈ। ਗੁਰੂ ਦੀ ਸਿੱਖਿਆ ਸਤਿਗੁਰ ਤੇ ਕਰਨੀ ਕਮਾਣੀ ਦੀ ਟੇਕ ਹੈ। ਤਾਂ ਸਤਿਗੁਰੂ ਕਹਿ ਰਹੇ ਹਨ, ਕਹੈ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ। ਸਨਮੁਖ ਉਹੀ ਸਿੱਖ ਹੈ ਜਿਹਦਾ ਅੰਦਰ ਜੀ ਜਿਹੜਾ ਹੈ, ਹਿਰਦਾ ਹੈ, ਅੰਤਰ ਆਤਮੇ ਹੈ, ਉਹ ਜਦੋਂ ਗੁਰੂ ਦੇ ਨਾਲ ਜੁੜ ਗਿਆ ਤਾਂ ਹੀ ਸਨਮੁਖ ਦੀ ਅਵਸਥਾ ਦੀ ਪ੍ਰਾਪਤੀ ਹੋ ਸਕਦੀ ਹੈ, ਉਸ ਤੋਂ ਬਿਨਾਂ ਨਹੀਂ ਪ੍ਰਾਪਤੀ ਹੋ ਸਕਦੀ। ਹੁਣ ਫਰਕ ਜਿਵੇਂ ਅੱਗੇ ਸਤਿਗੁਰੂ ਜੀ ਨੇ ਸਾਡੇ ਸਾਹਮਣੇ ਰੱਖਿਆ ਸੀ ਕਿ ਬਾਹਰੋਂ ਤੇ ਅੰਦਰੋਂ ਨਿਰਮਲ ਜਿਹੜੇ ਹਨ, ਉਹਨਾਂ ਦਾ ਫਰਕ ਰੱਖਿਆ ਸੀ। ਹੁਣ ਸਤਿਗੁਰੂ ਜੀ ਅਗਲੀ ਪੌੜੀ ਦੇ ਵਿੱਚ ਸਾਡੇ ਸਾਹਮਣੇ ਸਮਝਾ ਰਹੇ ਹਨ ਸਾਨੂੰ ਕਿ ਇੱਕ ਸਿੱਖ ਹਨ ਉਹ ਜਿਨ੍ਹਾਂ ਦੀ ਸਤਿਗੁਰੂ ਜੀ ਨੇ ਇਸ ਪੌੜੀ 21ਵੀਂ ਪੌੜੀ 'ਚ ਅਵਸਥਾ ਦਾ ਬਿਆਨ ਕੀਤਾ ਹੈ ਕਿ ਸਨਮੁਖ ਸਿੱਖ ਕੌਣ ਹੈ। ਸਨਮੁਖ ਦੀਆਂ ਨਿਸ਼ਾਨੀਆਂ ਦੱਸੀਆਂ ਹਨ, ਤੇ ਉਹੀ ਸਨਮੁਖ ਹੈ ਜਿਹੜਾ ਇਹ ਨਿਸ਼ਾਨੀਆਂ ਸਤਿਗੁਰੂ ਕਹਿ ਰਹੇ ਹਨ ਪੂਰੀਆਂ ਕਰੇ। ਕਿਉਂਕਿ ਅਖੀਰਲੀ ਪੰਕਤੀ ਸਤਿਗੁਰੂ ਜੀ ਨੇ ਇਹ ਕਹਿ ਦਿੱਤਾ ਹੈ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ, ਕਹੈ ਨਾਨਕ ਸੁਣੋ ਸੰਤੋ, ਹੇ ਮੇਰੇ ਪਿਆਰੇ ਸਿੱਖੋ ਸੁਣੋ, ਸੋ ਸਿੱਖ ਸਨਮੁਖ ਹੋਏ। ਕਿਹੜਾ? ਜਿਹਦੇ ਉੱਪਰ ਲੱਛਣ ਦੱਸੇ ਹਨ ਸਤਿਗੁਰੂ ਜੀ। ਤੇ ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਜੇ ਕੋਈ ਵੇਮੁਖ ਹੋਵੇ, ਭਾਵ ਜਿਹੜਾ ਇਹ ਕੰਮ ਨਹੀਂ ਕਰਦਾ, ਤੇ ਉਹਦਾ ਹਾਲ ਕੀ ਹੁੰਦਾ। ਹੁਣ ਸਤਿਗੁਰੂ ਜੀ ਅਗਲੀ ਪੌੜੀ ਦੇ ਵਿੱਚ ਉਹਦੇ ਜੀਵਨ ਦਾ ਜੋ ਸਾਰ ਹੈ, ਉਹ ਨਤੀਜਾ ਹੈ, ਉਹ ਸਤਿਗੁਰੂ ਜੀ ਸਾਡੇ ਸਾਹਮਣੇ ਰੱਖ ਰਹੇ ਹਨ।
ਜੇ ਕੋ ਗੁਰ ਤੇ ਵੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ। ਜੇ ਅਸੀਂ ਸਨਮੁਖ ਦੀ ਅਵਸਥਾ ਤੱਕ ਨਹੀਂ ਪਹੁੰਚਦੇ, ਭਾਵ ਆਪਣੇ ਅੰਦਰੋਂ ਸਤਿਗੁਰੂ ਦੀ ਸਿੱਖਿਆ ਦੇ ਉੱਤੇ ਨਹੀਂ ਚੱਲਦੇ, ਜੀਉ ਰਹਿ ਗੁਰਨਾਲੇ ਦੀ ਸਾਡੀ ਅਵਸਥਾ ਨਹੀਂ ਹੈ, ਜਾਂ ਹਿਰਦੈ ਧਿਆਏ ਦੀ ਅੰਤਰਾਤਮਾ ਸੰਭਾਲੇ ਦੀ ਅਵਸਥਾ ਨਹੀਂ ਹੈ, ਤੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਅਸੀਂ ਵੇਮੁਖ ਦੀ ਕੈਟਾਗਰੀ ਦੇ ਵਿੱਚ ਆ ਜਾਵਾਂਗੇ, ਕਿਉਂਕਿ ਅਸੀਂ ਸਨਮੁਖ ਤਾਂ ਨਹੀਂ ਹੈ, ਕਿਉਂਕਿ ਸਤਿਗੁਰੂ ਜੀ ਨੇ ਉਹ ਨਿਸ਼ਾਨੀਆਂ ਦੱਸ ਦਿੱਤੀਆਂ। ਕਹੈ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜਿਹੜੀਆਂ ਉਹ ਨਿਸ਼ਾਨੀਆਂ ਨੇ, ਜਿਹੜੇ ਉਹ ਕਰਮ ਕਰ ਰਹੇ ਆ, ਉੱਪਰ ਦੱਸੀਆਂ ਸਾਰੀਆਂ ਗੱਲਾਂ ਪੂਰੀਆਂ ਕਰ ਰਿਹਾ, ਕੇਵਲ ਉਹੀ ਸਨਮੁਖ ਹੈ। ਤੇ ਜੇ ਉਹ ਨਿਸ਼ਾਨੀਆਂ ਕੋਈ ਪੂਰੀਆਂ ਨਹੀਂ ਕਰ ਰਿਹਾ, ਗੁਰੂ ਦੀ ਸਿੱਖਿਆ ਦੇ ਉੱਤੇ ਮਨ ਜੋੜ ਕੇ ਉਹਦੇ ਉੱਤੇ ਕਮਾ ਨਹੀਂ ਰਿਹਾ, ਕੇਵਲ ਗੁਰੂ ਦੀ ਟੇਕ ਹੀ ਨਹੀਂ ਰੱਖ ਰਿਹਾ, ਤਾਂ ਫਿਰ ਉਹ ਵੇਮੁਖ ਹੈ। ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਇੱਕ ਵੇਮੁਖ ਜੋ ਹੈ, ਉਹ ਵੇਮੁਖ ਦੀ ਹਾਲਤ ਇਹ ਹੈ ਕਿ ਉਹ ਕੁਝ ਕਰ ਹੀ ਨਹੀਂ ਸਕਦਾ, ਜੋ ਇਸ ਜੀਵਨ ਦੇ ਵਿੱਚ ਲੈਣ ਆਇਆ ਹੈ ਉਹ ਨਹੀਂ ਪ੍ਰਾਪਤ ਕਰ ਸਕਦਾ। ਕਿਉਂ? ਕਿਉਂਕਿ ਬਿਨ ਸਤਿਗੁਰ ਮੁਕਤ ਨਾ ਪਾਵੇ। ਉਹਦੀ ਵਿਕਾਰਾਂ ਤੋਂ, ਮਾਇਆ ਦੇ ਮੋਹ ਤੋਂ ਖਲਾਸੀ ਕਦੀ ਹੋ ਹੀ ਨਹੀਂ ਸਕਦੀ। ਗੁਰੂ ਦੀ ਦੱਸੀ ਸਿੱਖਿਆ ਤੇ ਚੱਲੇ ਬਿਨਾ ਸਤਿਗੁਰੂ ਕਹਿੰਦੇ ਹਨ ਇਹ ਨਹੀਂ ਹੋਣਾ। ਪਾਵੈ ਮੁਕਤ ਨਾ ਹੋਰ ਥੈ ਕੋਈ, ਹੋਰ ਕਿਸੇ ਢੰਗ ਨਾਲ ਇਹ ਨਹੀਂ ਪ੍ਰਾਪਤ ਹੋ ਸਕਦਾ। ਪੁੱਛੋ ਵਿਵੇਕੀਆਂ, ਚੰਗੇ ਚੰਗੇ ਜਿਨ੍ਹਾਂ ਨੂੰ ਸੱਚੇ ਤੇ ਝੂਠੇ ਦੀ, ਚੰਗੇ ਤੇ ਮਾੜੇ ਦੀ ਪਹਿਚਾਨ ਹੋਵੇ, ਅਜਿਹੇ ਵਿਚਾਰਵਾਨ ਵਿਵੇਕੀਆਂ ਨੂੰ ਪੁੱਛ ਲਓ। ਗੁਰੂ ਦੀ ਸਿੱਖਿਆ ਤੇ ਚੱਲੇ ਬਿਨਾ ਵਿਕਾਰਾਂ ਤੋਂ ਖਲਾਸੀ ਨਹੀਂ ਹੋਣੀ, ਤੇ ਜੇ ਵਿਕਾਰਾਂ ਤੋਂ ਖਲਾਸੀ ਨਹੀਂ ਹੋਣੀ ਤਾਂ ਫਿਰ ਜੀਵਨ ਵੀ ਸਫਲ ਨਹੀਂ ਹੋ ਸਕਦਾ, ਤੇ ਫਿਰ ਬਾਰ-ਬਾਰ ਆਣਾ ਪਏਗਾ, ਜਾਣਾ ਪਏਗਾ। ਅਨੇਕ ਜੂਨੀ ਭਰਮ ਆਵੈ, ਆਣਾ ਪਏਗਾ, ਜਾਣਾ ਪਏਗਾ। ਅਜਿਹਾ ਵੇਮੁਖ ਵਿਅਕਤੀ ਅਨੇਕਾਂ ਜੂਨਾਂ ਦੇ ਵਿੱਚ ਭਰਮਦਾ ਹੀ ਰਹਿੰਦਾ ਹੈ। ਬਾਰ-ਬਾਰ ਭਰਮਣ ਨਾਲ ਭਾਵੇਂ ਉਹ ਸਾਰੇ ਜਨਮਾਂ ਦੇ ਵਿੱਚ ਕੁਝ ਵੀ ਕਰਦਾ ਰਵੇ, ਕਿੰਨੇ ਵੀ ਕਰਮ ਕਮਾਏ, ਕਿੰਨੇ ਵੀ ਸੰਜਮ ਕਰੇ, ਕਿੰਨੇ ਵੀ ਹੋਰ ਕੁਝ ਵੀ ਕਰੇ, ਪਰ ਖਲਾਸੀ ਉਹਦੀ ਉਦੋਂ ਹੀ ਹੋਣੀ ਹੈ, ਮੁਕਤੀ ਉਦੋਂ ਹੀ ਹੋਣੀ ਹੈ ਵਿਕਾਰਾਂ ਤੋਂ, ਜਦੋਂ ਸਤਿਗੁਰੂ ਦੀ ਸਿੱਖਿਆ ਦੇ ਉੱਤੇ ਚੱਲੇ। ਭਾਵੇਂ ਜਿੰਨੇ ਮਰਜ਼ੀ ਜਨਮ ਘੁੰਮ ਕੇ ਆ ਜਾਵੇ, ਮਤਾ ਸਮਝੇ ਵੀ ਚਲੋ ਥੋੜਾ ਕਰਕੇ ਮੈਨੂੰ ਕੁਛ ਨਾ ਕੁਛ ਤਾਂ ਪ੍ਰਾਪਤ ਹੋ ਜਾਏਗਾ ਇੰਨੇ ਜਨਮਾਂ 'ਚ, ਪਰ ਸਤਿਗੁਰੂ ਕਹਿ ਰਹੇ ਹਨ ਨਹੀਂ, ਵਿਣ ਸਤਿਗੁਰ ਮੁਕਤ ਨਾ ਪਾਏ। ਮੁਕਤੀ ਉਦੋਂ ਹੀ ਮਿਲਣੀ ਹੈ, ਕਦੋਂ? ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਜਦੋਂ ਤੱਕ ਸਤਿਗੁਰੂ ਦੀ ਸਿੱਖਿਆ ਦੇ ਉੱਤੇ ਚੱਲਣਾ ਨਹੀਂ ਸ਼ੁਰੂ ਕਰਦਾ, ਸਤਿਗੁਰੂ ਸ਼ਬਦ ਸੁਣਾਏ, ਸਤਿਗੁਰੂ ਕਿਰਪਾ ਕਰੇ, ਆਪਣੇ ਚਰਨੀ ਲਗਾ ਲਵੇ ਤੇ ਆਪਣੀ ਸਿੱਖਿਆ ਸੁਣਾ ਦੇਵੇ। ਭਾਵ ਇਹ ਹੈ ਕਿ ਆਪਣੀ ਸਿੱਖਿਆ ਨੂੰ ਮਨ ਹਿਰਦੇ ਤੱਕ ਸੁਣਾ ਦੇਵੇ ਤੇ ਉਹਦੇ ਉੱਤੇ ਚਲਾ ਦੇਵੇ। ਜਿਵੇਂ ਕਿ ਪਹਿਲਾਂ ਗੱਲ ਹੋਈ ਹੈ ਕਿ ਸਤਿਗੁਰੂ ਦੀ ਸਿੱਖਿਆ ਜਿਹੜੀ ਹੈ, ਉਹਦੇ ਚਰਨ ਜਿਹੜੇ ਹਨ ਉਹ ਤੇ ਹਿਰਦੇ ਦੇ ਉੱਤੇ ਵਿੱਚ ਹੀ ਵਸਾਉਣੇ ਪੈਣੇ ਹਨ। ਹਿਰਦੇ ਨੂੰ ਸਤਿਗੁਰੂ ਦੇ ਨਾਲ ਜੋੜਨਾ ਪੈਣਾ ਹੈ। ਤਾਂ ਸਤਿਗੁਰੂ ਕਹਿ ਰਹੇ ਹਨ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਮਤਾ ਇਹ ਸਮਝ ਲਵੇ ਕੋਈ ਕਿ ਮੈਂ ਸਤਿਗੁਰੂ ਦੀ ਬਾਣੀ ਪੜ੍ਹ ਲਈ ਹੈ ਤੇ ਮੇਰਾ ਕੰਮ ਪੂਰਾ ਹੋ ਗਿਆ। ਚਲੋ ਇੱਕ ਸਟੈਪ ਹੋਰ ਅੱਗੇ ਚੱਲੀਏ, ਉਹਦੇ ਅਰਥ ਸਮਝ ਲਏ ਨੇ ਤੇ ਗੱਲ ਪੂਰੀ ਹੋ ਗਈ? ਨਹੀਂ, ਜਦੋਂ ਤੱਕ ਉਹਦੇ ਉੱਤੇ ਅਮਲ ਨਹੀਂ ਹੋਏਗਾ, ਜਦੋਂ ਤੱਕ ਸਾਡੇ ਜੀਵਨ ਦਾ ਸਤਿਗੁਰੂ ਦੀ ਸਿੱਖਿਆ ਜਿਹੜੀ ਹੈ ਉਹ ਹਿੱਸਾ ਨਹੀਂ ਬਣੇਗਾ, ਉਦੋਂ ਤੱਕ ਇਹ ਸ਼ਰਤ ਪੂਰੀ ਨਹੀਂ ਹੋਣੀ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਜਦੋਂ ਤੱਕ ਉਹ ਨਹੀਂ ਪੂਰੀ ਹੋਣੀ ਸ਼ਰਤ, ਉਦੋਂ ਤੱਕ ਮੁਕਤੀ ਨਹੀਂ ਹੋਣੀ, ਭਾਵ ਖਲਾਸੀ ਨਹੀਂ ਹੋਣੀ ਵਿਕਾਰਾਂ ਤੋਂ, ਮਾਇਆ ਦੇ ਮੋਹ ਤੋਂ, ਇਸ ਜੀਵਨ ਦੇ ਵਿੱਚ ਜਿਹੜੀ ਤ੍ਰਿਸ਼ਨਾ ਹੈ ਉਸ ਤੋਂ। ਤੇ ਸਤਿਗੁਰੂ ਕਹਿ ਰਹੇ ਹਨ ਕਿ ਨਾਨਕ ਵਿਚਾਰ ਦੇਖੋ। ਵੱਡੇ ਵੱਡੇ ਵਿਵੇਕੀਆਂ ਨੂੰ, ਵਿਚਾਰਵਾਨਾਂ ਨੂੰ ਪੁੱਛ ਲਓ ਕਿ ਜਦ ਤੱਕ ਸਤਿਗੁਰੂ ਦੀ ਸਿੱਖਿਆ ਤੇ ਨਹੀਂ ਚੱਲਣਾ, ਉਦੋਂ ਤੱਕ ਇਹਨਾਂ ਸਾਰੀਆਂ ਵਿਕਾਰਾਂ ਤੋਂ ਜਿਹੜੇ ਸਾਡੇ ਬੰਧਨ ਹਨ ਉਹ ਉਦੋਂ ਤੱਕ ਟੁੱਟਣੇ ਨਹੀਂ ਹਨ ਤੇ ਸਾਡੀ ਖਲਾਸੀ ਨਹੀਂ ਹੋਣੀ, ਮੁਕਤੀ ਨਹੀਂ।
ਤਾਂ ਫਿਰ ਮੁਕਤੀ ਦਾ ਰਸਤਾ ਕੀ ਹੈ? ਸਤਿਗੁਰੂ ਕਹਿ ਰਹੇ ਹਨ ਕਿ ਆਓ ਮੈਂ ਤੁਹਾਨੂੰ ਦੱਸਦਾ ਹਾਂ। ਆਓ ਅੱਜ ਇਸ ਵਕਤ ਦੇ ਵਿੱਚ ਅਸੀਂ ਕਿਸ ਤਰ੍ਹਾਂ ਮੁਕਤੀ ਨੂੰ ਪ੍ਰਾਪਤ ਕਰਨਾ ਹੈ, ਕਿਸ ਤਰ੍ਹਾਂ ਸਤਿਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰਨਾ ਹੈ। ਸਤਿਗੁਰੂ ਕਹਿ ਰਹੇ ਹਨ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਆਓ ਸਿੱਖ ਸਤਿਗੁਰੂ ਕੇ ਪਿਆਰਿਓ, ਮੇਰੇ ਪਿਆਰੇ ਸਿੱਖੋ, ਆਓ ਆਓ ਮੇਰੀ ਗੱਲ ਸੁਣੋ, ਧਿਆਨ ਨਾਲ ਸੁਣੋ, ਇਹਦੇ ਤੇ ਅਮਲ ਕਰੋ। ਆ ਜਾਓ ਤੇ ਬਾਣੀ ਗਾਵੋ। ਕਿਹੜੀ ਬਾਣੀ? ਸੱਚੀ ਬਾਣੀ। ਸੱਚੀ ਬਾਣੀ ਦਾ ਭਾਵ ਹੈ ਉਹ ਸੱਚੇ ਪ੍ਰਭੂ ਦੇ ਨਾਲ ਜੁੜੀ ਹੋਈ ਬਾਣੀ, ਸੱਚੇ ਪ੍ਰਭੂ, ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ, ਸਦਾ ਥਿਰ ਪ੍ਰਭੂ ਦੇ ਨਾਲ ਜੋੜਨ ਵਾਲੀ ਬਾਣੀ। ਆਓ ਆਓ ਰਲ ਕੇ ਗਾਓ। ਪਲੂਰਲ ਦੇ ਵਿੱਚ ਸਤਿਗੁਰੂ ਜੀ ਨੇ ਕਿਹਾ, ਆਓ ਸਿੱਖ, ਆਓ ਮੇਰੇ ਸਿੱਖੋ, ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਓ ਰਲ ਮਿਲ ਕੇ ਉਸ ਬਾਣੀ ਨੂੰ ਗਾਈਏ ਜਿਹੜੀ ਉਸ ਪ੍ਰਭੂ ਦੇ ਨਾਲ ਜੁੜੇ। ਤੇ ਇਹ ਬਾਣੀ ਪ੍ਰਭੂ ਦੇ ਨਾਲ ਜੋੜਨ ਵਾਲੀ ਕਿਹੜੀ ਹੈ? ਬਾਣੀ ਤਾਂ ਗਾਵੋ ਗੁਰੂ ਕੇਰੀ, ਜਿਹੜੀ ਤੁਹਾਡੇ ਗੁਰੂ ਨੇ ਤੁਹਾਨੂੰ ਦਿੱਤੀ ਹੈ ਬਖਸ਼ਿਸ਼ ਕਰਕੇ, ਦਇਆ ਕਰਕੇ। ਇਹ ਜੋ ਗੁਰਬਾਣੀ ਹੈ ਇਹਨੂੰ ਗਾਓ। ਬਾਣੀਆਂ ਸਿਰ ਬਾਣੀ, ਇਹ ਸ਼੍ਰੋਮਣੀ ਬਾਣੀ ਹੈ। ਕਿਉਂ? ਕਿਉਂਕਿ ਇਹ ਸੱਚੀ ਬਾਣੀ ਹੈ, ਸੱਚੇ ਪ੍ਰਭੂ ਨਾਲ ਜੋੜਨ ਵਾਲੀ ਬਾਣੀ ਹੈ, ਸਦਾ ਥਿਰ ਪ੍ਰਭੂ ਨਾਲ ਜੋੜਨ ਵਾਲੀ ਬਾਣੀ ਹੈ। ਇਹ ਸ਼੍ਰੋਮਣੀ ਬਾਣੀ ਹੈ, ਬਾਣੀਆਂ ਸਿਰ ਬਾਣੀ। ਤੇ ਸਤਿਗੁਰੂ ਕਹਿ ਰਹੇ ਹਨ ਕਿ ਸਾਨੂੰ ਪ੍ਰਾਪਤ ਹੋ ਗਈ ਹੈ, ਪਰ ਇਹ ਯਾਦ ਰੱਖਣਾ ਕਿ ਇਹ ਹਿਰਦੇ ਦੇ ਵਿੱਚ ਉਹਨਾਂ ਦੇ ਹੀ ਸਮਾਏਗੀ ਜਿਨ੍ਹਾਂ ਦੇ ਕਰਮ ਚੰਗੇ ਹੋਣਗੇ, ਜਿਨ੍ਹਾਂ ਉੱਤੇ ਭਾਵ ਚੰਗੇ ਕਰਮਾਂ ਕਰਕੇ ਪ੍ਰਭੂ ਦੀ ਮਿਹਰ ਦੇ ਕਿਰਪਾ ਦੇ ਪਾਤਰ ਬਣ ਚੁੱਕੇ ਹੋਣਗੇ, ਜਿਨ੍ਹਾਂ ਤੇ ਪ੍ਰਭੂ ਦੀ ਨਜ਼ਰ ਹੋਏਗੀ, ਉਹਨਾਂ ਦੇ ਹਿਰਦੇ ਵਿੱਚ ਸਮਾ ਸਕੇਗੀ। ਇਹ ਨਹੀਂ ਕਿ ਮੈਂ ਇੰਨੀ ਵਾਰੀ ਬਾਣੀ ਦਾ ਪਾਠ ਕਰ ਲਿਆ, ਇੰਨੇ ਸਾਲ ਹੋ ਗਏ ਮੈਨੂੰ ਕਰਦੇ ਆ, ਮੈਂ ਇੰਨਾ ਸ਼ੁੱਧ ਕੀਤਾ। ਇਹ ਸਾਰੀਆਂ ਚੀਜ਼ਾਂ ਸੈਕੰਡਰੀ ਹਨ, ਇੰਪੋਰਟੈਂਟ ਹਨ, ਪਰ ਇਹ ਜਦ ਤੱਕ ਹਿਰਦੇ ਦੇ ਵਿੱਚ ਨਹੀਂ ਸਮਾਣੀ, ਗੱਲ ਉਦੋਂ ਤੱਕ ਨਹੀਂ ਬਣਦੀ। ਅਸਲ ਟੈਸਟ ਜਿਹੜਾ ਹੈ ਬਾਣੀ ਨਾਲ ਜੁੜਨ ਦਾ, ਉਹ ਹਿਰਦਾ ਤਿਨਾ ਸਮਾਣੀ। ਤੇ ਸਤਿਗੁਰੂ ਜੀ ਕਹਿ ਰਹੇ ਹਨ, ਇਹ ਆਪੇ ਨਹੀਂ ਅਸੀਂ ਕਰ ਸਕਦੇ, ਇਹ ਅਕਾਲ ਪੁਰਖ ਦੀ ਕਿਰਪਾ, ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼, ਗੁਰ ਪ੍ਰਸਾਦ ਦੇ ਨਾਲ ਹੀ ਇਹ ਕੰਮ ਹੋ ਸਕਦਾ ਹੈ। ਜਿਨ ਕੋ ਨਦਰ ਕਰਮ ਹੋਵੇ, ਹਿਰਦਾ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਇਹ ਉਸ ਬਾਣੀ ਨੂੰ ਉਸ ਦੇ ਨਾਲ ਜੁੜਨ ਦਾ ਨਤੀਜਾ ਹੈ। ਅੱਗੇ ਸਤਿਗੁਰੂ ਜੀ ਨੇ ਫਰਮਾਇਆ ਸੀ ਨਾ ਕਿ ਅੰਮ੍ਰਿਤ ਦੀ ਭਾਲ ਤਾਂ ਸਾਰੇ ਹੀ ਕਰਦੇ ਫਿਰਦੇ ਹਨ, ਪਰ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਹੁਣ ਸਤਿਗੁਰੂ ਜੀ ਕਹਿ ਰਹੇ ਹਨ, ਬਾਣੀ ਨਾਲ ਜੁੜੋ ਤੇ ਪੀਵੋ ਅੰਮ੍ਰਿਤ। ਇਹ ਅੰਮ੍ਰਿਤ ਪ੍ਰਾਪਤੀ ਦਾ ਸਾਧਨ ਹੈ ਇਹ ਬਾਣੀ, ਕਿਉਂਕਿ ਇਹ ਇਸੇ ਨੇ ਹੀ ਆਨੰਦ ਦੇਣਾ ਹੈ, ਇਸੇ ਨੇ ਹੀ ਸਹਿਜ ਦੇਣਾ ਹੈ, ਇਸੇ ਨੇ ਹੀ ਮੁਕਤੀ ਦੇਣੀ ਹੈ, ਵਿਕਾਰਾਂ ਤੋਂ ਮੁਕਤੀ ਦੇਣੀ ਹੈ। ਸਤਿਗੁਰੂ ਜੀ ਕਹਿ ਰਹੇ ਹਨ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ। ਇਹ ਬਾਣੀ ਨਾਲ ਜੁੜਨ ਦਾ ਕੀ ਨਤੀਜਾ ਹੈ ਕਿ ਉਹ ਅੰਮ੍ਰਿਤ ਦੀ ਪ੍ਰਾਪਤੀ, ਨਾਮ ਅੰਮ੍ਰਿਤ ਦੀ ਪ੍ਰਾਪਤੀ ਹੈ। ਉਸ ਹਰੀ ਦੇ ਰੰਗ ਦੇ ਵਿੱਚ, ਉਹਦੇ ਪ੍ਰੇਮ ਦੇ ਵਿੱਚ ਹਰ ਵੇਲੇ ਤੁਸੀਂ ਡੁੱਬੇ ਰਹੋਗੇ। ਜਪਿਓ ਸਾਰੰਗ ਪਾਣੀ, ਕਿਉਂਕਿ ਬਾਣੀ ਨਾਲ ਜੁੜ ਕੇ ਉਸ ਪ੍ਰਭੂ ਦੇ ਨਾਲ ਜੁੜੋਗੇ। ਬਾਣੀ ਨੂੰ ਹਿਰਦੇ ਵਿੱਚ ਵਸਾ ਕੇ ਪ੍ਰਭੂ ਦੇ ਨਾਲ ਜੁੜਿਆ ਜਾ ਸਕਦਾ ਹੈ। ਇਸ ਕਰਕੇ ਸਤਿਗੁਰੂ ਕਹਿ ਰਹੇ ਹਨ, ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਆਓ ਮੇਰੇ ਪਿਆਰਿਓ, ਇਸ ਗੁਰਬਾਣੀ ਨੂੰ ਗਾਓ, ਇਹ ਸੱਚੀ ਬਾਣੀ, ਸੱਚੇ ਪ੍ਰਭੂ ਨਾਲ ਜੋੜਨ ਵਾਲੀ ਬਾਣੀ ਨੂੰ ਗਾਓ। ਸਦਾ ਗਾਓ, ਗਾਓ ਹੀ ਨਹੀਂ ਸਦਾ ਗਾਓ, ਸਦਾ ਇਹਦੇ ਨਾਲ ਹੀ ਜੁੜੇ ਰਹੋ। ਪਰ ਬਾਣੀ ਦੇ ਨਾਲ ਜੁੜੇ ਕਿਤੇ ਅਸੀਂ ਇਹ ਨਾ ਭੁਲੇਖੇ 'ਚ ਪੈ ਜਾਈਏ ਕਿ ਇਸ ਤੋਂ ਇਲਾਵਾ ਵੀ ਕੋਈ ਹੋਰ ਬਾਣੀ ਹੈ। ਸਤਿਗੁਰੂ ਜੀ ਸਾਨੂੰ ਕੌਸ਼ਨ ਕਰ ਰਹੇ ਹਨ ਕਿ ਨਹੀਂ, ਧਿਆਨ ਰੱਖੋ ਭਾਈ, ਬਾਕੀ ਸਾਰੀਆਂ ਚੀਜ਼ਾਂ ਜੋ ਹਨ ਉਹ ਪ੍ਰਭੂ ਨਾਲ ਨਹੀਂ ਜੋੜਦੀਆਂ, ਹੋਰ ਉਸ ਤੋਂ ਹੇਠਾਂ ਦੀਆਂ ਗੱਲਾਂ ਤਾਂ ਭਾਵੇਂ ਕਰਦੀਆਂ ਹੋ। ਜਿਵੇਂ ਅੱਗੇ ਸਤਿਗੁਰੂ ਜੀ ਨੇ ਫਰਮਾਇਆ ਕਿ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ।
ਤਤ ਵਸਤੂ ਕੀ ਹੈ? ਜਿਹੜੀ ਸਦਾ ਥਿਰ ਸੱਚ ਦੇ ਨਾਲ ਜੋੜਨ ਵਾਲੀ, ਸੱਚੇ ਪ੍ਰਭੂ ਦੇ ਨਾਲ, ਸਦਾ ਥਿਰ ਪ੍ਰਭੂ ਦੇ ਨਾਲ ਜੋੜਨ ਵਾਲੀ ਬਾਣੀ ਹੈ, ਉਹ ਤਤ ਵਸਤੂ। ਉਹਦੇ ਨਾਲ ਜੁੜਨਾ, ਉਹਦਾ ਨਾਮ ਉਹੀ ਤਤ ਵਸਤੂ ਹੈ। ਬਾਕੀ ਕਿਸੇ ਹੋਰ ਥਾਂ ਦੇ ਉੱਤੇ ਇਹਦੀ ਪ੍ਰਾਪਤੀ ਨਹੀਂ ਹੋਏਗੀ। ਇਹਨਾਂ ਨੂੰ ਪੜ੍ਹਨ ਦੇ ਨਾਲ ਮੁਕਤੀ ਵੀ ਨਹੀਂ ਪ੍ਰਾਪਤ ਹੋਏਗੀ। ਕਿਉਂ? ਕਿਉਂਕਿ ਉਹ ਵਿਕਾਰਾਂ ਦੇ ਬੰਧਨ ਤੋੜਨ ਦੇ ਵਿੱਚ ਸਾਡੀ ਮਦਦ ਨਹੀਂ ਕਰਦੇ। ਸਾਨੂੰ ਕਰਮਕਾਂਡ ਨਾਲ ਤਾਂ ਜੋੜ ਦਿੰਦੇ ਹਨ, ਵੱਡੀਆਂ ਵੱਡੀਆਂ ਫਿਲਾਸਫੀਆਂ ਦੇ ਨਾਲ ਤਾਂ ਜੋੜ ਦਿੰਦੇ ਹਨ, ਵਿਦਿਆ ਤਾਂ ਦੇ ਦਿੰਦੇ ਹਨ, ਪਰ ਉਹ ਰਾਹ ਨਹੀਂ ਦੱਸਦੇ ਜਿਹਦੇ ਨਾਲ ਅਸੀਂ ਉਹ ਜੀਵਨ ਜੁਗਤੀ ਨਹੀਂ ਦੱਸਦੇ। ਉਹ ਸਤਿਗੁਰ ਤੇ ਕਰਨੀ ਕਮਾਣੀ ਵਾਲੀ ਗੱਲ ਨਹੀਂ ਦੱਸਦੇ ਕਿ ਤੁਸੀਂ ਕਿਸ ਤਰ੍ਹਾਂ ਦਾ ਜੀਵਨ ਜੀਓ ਕਿ ਤੁਸੀਂ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰ ਸਕੋ। ਸਤਿਗੁਰੂ ਕਹਿ ਰਹੇ ਹਨ ਕਿ ਵੇਦ ਕਤੇਬ ਸਿਮਰਤ ਸਭ ਸ਼ਾਸਤਰ ਇਨ ਪੜਿਆ ਮੁਕਤ ਨਾ ਹੋਈ। ਇਹਨਾਂ ਦੇ ਪੜਨ ਦੇ ਨਾਲ ਮਨ ਦੇ ਜਿਹੜੇ ਸੰਸ਼ੇ ਹਨ, ਡਰ ਹਨ, ਜਿਹੜਾ ਜਿੱਥੋਂ ਆਪਾਂ ਵਿਚਾਰ ਅੱਜ ਦੀ ਸ਼ੁਰੂ ਕੀਤੀ ਸੀ ਕਿ ਵਿਨ ਸਹਿਜੈ ਸਹਿਸਾ ਨਾ ਜਾਏ, ਉਹ ਸਹਿਜ ਅਵਸਥਾ ਤੱਕ ਨਹੀਂ ਉਹ ਬਾਕੀ ਪਹੁੰਚਾਉਂਦੇ। ਤੋ ਮਤਾ ਕਿਸੇ ਭੁਲੇਖੇ 'ਚ ਪੈ ਜਾਓ। ਸਤਿਗੁਰੂ ਕਹਿੰਦੇ ਹਨ ਕਿ ਤੁਹਾਨੂੰ ਮੈਂ ਇੱਕ ਟੈਸਟ ਦੱਸ ਰਿਹਾ ਹਾਂ ਕਿ ਜਿਹਦੇ ਉੱਤੇ ਧਿਆਨ ਕਰਕੇ ਤੁਹਾਨੂੰ ਹੋਰ ਕਿਸੇ ਚੀਜ਼ ਦੀ ਵੀ ਵਿਚਾਰ ਕਰਨ ਦੀ ਬਾਕੀ ਲੋੜ ਨਹੀਂ, ਕਿ ਤੁਸੀਂ ਕਿਹੜੀ ਬਾਣੀ ਨਾਲ ਜੁੜਨਾ ਹੈ। ਸਤਿਗੁਰੂ ਜੀ ਕਹਿ ਰਹੇ ਹਨ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨਾ ਜਾ। ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹੈ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੋਈ ਜ਼ਿਆਦਾ ਸੋਚ ਵਿਚਾਰ ਕਰਨ ਦੀ ਲੋੜ ਨਹੀਂ, ਬਸ ਇੱਕੋ ਹੀ ਕੰਮ ਕਰੋ ਕਿ ਜਿਹੜੀ ਸਤਿਗੁਰੂ ਸੱਚੇ ਗੁਰੂ, ਉਸ ਸਦਾ ਥਿਰ ਪ੍ਰਭੂ ਨਾਲ ਜੁੜੇ ਹੋਏ ਗੁਰੂ ਦੀ ਜਿਹੜੀ ਬਾਣੀ ਹੈ ਬਸ ਉਹੀ ਗਾਉਣੀ ਹੈ। ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਕਿਉਂਕਿ ਬਾਕੀ ਸਾਰੀ ਕੱਚੀ ਹੈ, ਉਹ ਕੱਚੀਆਂ ਚੀਜ਼ਾਂ ਨਾਲ ਹੀ ਜੁੜੇਗੀ। ਭਾਵੇਂ ਉਹ ਦੇਖਣ ਨੂੰ ਕਿੰਨੇ ਉੱਚੀਆਂ ਵਿਚਾਰਾਂ ਕਿਉਂ ਨਾ ਹੋਣ, ਉੱਚੀਆਂ ਫਿਲਾਸਫੀਆਂ ਕਿਉਂ ਨਾ ਹੋਣ, ਉਹ ਕੱਚਿਆਂ ਨਾਲ ਹੀ ਜੁੜੇਗੀ, ਕੱਚੇ ਵਿਚਾਰਾਂ ਨਾਲ ਹੀ ਜੁੜੇਗੀ। ਰਿਪੀਟ ਕਰਕੇ ਕਹਿ ਰਹੇ ਹਨ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਤਾਂ ਫਿਰ ਇਹ ਨਹੀਂ ਕਿ ਇਹ ਬਾਣੀ ਸਿਰਫ ਕੱਚੀ ਹੈ, ਜਿਹੜੇ ਇਹਨੂੰ ਕਹਿ ਰਹੇ ਹਨ, ਜਿਹੜੇ ਇਹਨੂੰ ਸੁਣ ਰਹੇ ਹਨ, ਜਿਹੜੇ ਦੀ ਆਖ ਕੇ ਵਿਆਖਿਆ ਵੀ ਕਰ ਰਹੇ ਹਨ, ਉਹ ਵੀ ਸਾਰੇ ਕੱਚੇ ਹੀ ਹਨ। ਭਾਵ ਉਹ ਵੀ ਉਹ ਸੱਚੇ ਪ੍ਰਭੂ ਨਾਲ, ਸਦਾ ਥਿਰ ਪ੍ਰਭੂ ਨਾਲ ਨਹੀਂ ਜੁੜੇ। ਕੱਚੀਆਂ ਭਾਵ ਨਾਸ਼ਮਾਨ ਵਸਤਾਂ ਦੇ ਨਾਲ ਹੀ ਜੁੜੇ ਹੋਏ ਹਨ। ਉਹ ਭਾਵੇਂ ਕਿੰਨਾ ਹੀ ਸਾਨੂੰ ਦੇਖਣ ਨੂੰ ਵੱਡਾ ਗਿਆਨ ਕਿਉਂ ਨਾ ਮਾਲੂਮ ਹੋ ਰਿਹਾ ਹੋਵੇ, ਉਹ ਸਾਰੇ ਕੱਚੇ ਹੀ ਹਨ ਤੇ ਕੱਚੀਆਂ ਗੱਲਾਂ ਹੀ ਕਰ ਰਹੇ। ਤੇ ਸਤਿਗੁਰੂ ਕਹਿੰਦੇ ਹਨ, ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨਾ ਜਾਣ। ਉਹ ਮੂੰਹ ਤੋਂ ਤਾਂ ਹਰੀ ਹਰੀ ਦੀ ਗੱਲ ਕਈ ਵਾਰੀ ਸੁਣਾਉਂਦੇ ਵੀ ਹਨ, ਸਾਨੂੰ ਕਹਿੰਦੇ ਵੀ ਹਨ, ਸਿੱਖਿਆ ਵੀ ਦਿੰਦੇ ਹਨ, ਪਰ ਕਹਿਆ ਕਛੂ ਨਾ ਜਾਣ। ਸਤਿਗੁਰੂ ਕਹਿ ਰਹੇ ਹਨ ਕਿ ਜੋ ਕੁਝ ਮੂੰਹ ਆਖਦੇ ਵੀ ਪਏ ਹਨ, ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨਾ ਜਾਣੀ, ਉਹਦੇ ਨਾਲ ਉਹਦੀ ਆਪਣੀ ਵੀ ਨਹੀਂ ਸਾਂਝ ਹੈਗੀ। ਉਹ ਆਪ ਵੀ ਨਹੀਂ ਜਾਣਦੇ, ਉਹਨੂੰ ਜਾਣਨਾ ਭਾਵ ਉਹਦੇ ਬਾਰੇ ਜਾਣਨਾ, ਸਾਂਝ ਹੋਣੀ ਉਹਦੇ ਬਾਰੇ। ਤਾਂ ਉਹ ਹਰੀ ਹਰੀ ਕਹਿੰਦੇ ਜ਼ਰੂਰ ਹਨ, ਰਸਨਾ ਦੇ ਨਾਲ ਕਹਿ ਰਹੇ ਹਨ, ਪਰ ਜਾਣਦੇ ਨਹੀਂ ਹਨ ਹਰੀ। ਕਿਉਂ? ਕਿਉਂਕਿ ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਰਵਾਣੀ ਦਾ ਭਾਵ ਹੈ ਬੜਾ, ਅਸੀਂ ਰਵਾਂ ਰਵਾਂ ਬੋਲਣ ਵਾਲੇ ਰਵਾਣੀ ਬੋਲੀ ਕਿਹਨੂੰ ਕਹਿੰਦੇ ਹਾਂ? ਬੜੀ ਫਲੂਐਂਟ ਗੱਲ ਕਰਦੇ ਹਨ। ਕੋਈ ਬੰਦਾ ਬੜੀ ਤੇਜ਼ ਤੇਜ਼ ਬੋਲਦਾ ਹੋਵੇ, ਬੜੀ ਸੋਹਣੀ ਗੱਲ ਕਹਿੰਦਾ ਹੋਵੇ, ਤੇ ਬੜੀ ਰਵਾਣੀ ਹੈ ਉਹਦੀ ਜ਼ੁਬਾਨ। ਬੋਲਦੇ ਤਾਂ ਬੜਾ ਸੋਹਣੇ ਹਨ, ਪਰ ਚਿੱਤ ਉਹਨਾਂ ਦੇ ਹਿਰ ਲਿਆ ਮਾਇਆ। ਇਸੇ ਕਰਕੇ ਤਾਂ ਉਹ ਕੱਚੀ ਬਾਣੀ ਬੋਲ ਰਹੇ, ਉਹ ਤੁਹਾਨੂੰ ਕਦੀ ਜੋੜ ਨਹੀਂ ਸਕਦੀ। ਤਾਂ ਸਤਿਗੁਰੂ ਜੀ ਕਹਿ ਰਹੇ ਹਨ, ਸਮਝਾ ਰਹੇ ਹਨ ਕਿ ਭਾਈ ਸਿੰਪਲ ਜਿਹੀ ਗੱਲ ਹੈ, ਜ਼ਿਆਦਾ ਸੋਚਣ ਦੀ ਲੋੜ ਨਹੀਂ, ਸਮਝਣ ਦੀ ਲੋੜ ਨਹੀਂ। ਸਾਡੇ ਵੱਡੇ ਭਾਗ ਹਨ ਕਿ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਨੇ ਮਿਹਰ ਕਰਕੇ ਸਤਿਗੁਰੂ ਦੇ ਨਾਲ ਜੋੜ ਦਿੱਤਾ ਹੈ, ਤੇ ਬਸ ਕੇਵਲ ਉਸ ਸਤਿਗੁਰੂ ਦੀ ਬਾਣੀ ਦੇ ਨਾਲ ਜੁੜਨਾ ਹੈ। ਬਸ ਉਸ ਤੋਂ ਅੱਗੇ ਸਾਰਾ ਕੰਮ, ਜਦੋਂ ਅਸੀਂ ਉਹਦੇ ਨਾਲ ਜੁੜ ਗਏ, ਸਤਿਗੁਰੂ ਦੀ ਸਿੱਖਿਆ ਦੇ ਉੱਤੇ ਜੀਵਨ ਦੇ ਵਿੱਚ ਅਮਲ ਸ਼ੁਰੂ ਕਰ ਦਿੱਤਾ, ਤੇ ਬਾਕੀ ਸਾਰੇ ਕੰਮ ਆਪਣੇ ਆਪ ਹੋਈ ਜਾਣੇ। ਸਾਡਾ ਕੰਮ ਤਾਂ ਕੇਵਲ ਇੰਨਾ ਹੈ, ਉਹ ਸਤਿਗੁਰੂ ਦੀ ਬਾਣੀ ਦੇ ਨਾਲ ਜੁੜਨਾ ਹੈ, ਉਹ ਸਤਿਗੁਰੂ ਦੀ ਬਾਣੀ ਨੂੰ ਸਮਝਣਾ ਹੈ,
ਤੇ ਸਮਝ ਕੇ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ। ਤੋ ਸਤਿਗੁਰੂ ਜੀ ਨੇ ਜਿਹੜੇ ਪਹਿਲਾਂ ਕਿਹਾ ਸੀਗਾ, ਇਹ ਜਿਹੜੀਆਂ ਨਿਸ਼ਾਨੀਆਂ ਦੱਸੀਆਂ ਹਨ ਕਿ ਉਹ ਕੌਣ ਹੈ, ਕਿਸ ਤਰ੍ਹਾਂ ਹੈ ਕਿ ਤੁਸੀਂ ਆਪਣੇ ਜੀਵਨ ਨੂੰ ਸੁਧਾਰ ਸਕਦੇ ਹੋ। ਉਹ ਹੈ, ਸਤਿਗੁਰੂ ਜੀ ਕਹਿੰਦੇ ਸਾਰੀਆਂ ਗੱਲਾਂ ਪੂਰੀਆਂ ਹੋ ਜਾਣੀਆਂ ਜਦ ਤੱਕ ਅਸੀਂ ਸਤਿਗੁਰੂ ਦੀ ਬਾਣੀ ਦੇ ਨਾਲ ਜੁੜਾਂਗੇ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਉਹਦੇ ਨਾਲ ਨਹੀਂ ਜੁੜਾਂਗੇ, ਕੇਵਲ ਸੱਚੀ ਬਾਣੀ ਦੇ ਨਾਲ ਜੁੜਾਂਗੇ। ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਜੀ, ਖਿਮਾ ਕਰ ਦੇਣਾ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਦੀ ਪ੍ਰਾਪਤੀ, ਉਹਦੇ ਸਾਧਨ, ਆਨੰਦ ਤੱਕ ਕਿਵੇਂ ਪਹੁੰਚਿਆ ਜਾਏ, ਲਗਾਤਾਰ ਇਹ ਪੌੜੀਆਂ ਜੋ 17 ਨੰਬਰ ਪੌੜੀ ਤੋਂ ਲੈ ਕੇ 25 ਨੰਬਰ ਪੌੜੀ ਤੱਕ ਇੱਕੋ ਹੀ ਵਿਚਾਰ ਚੱਲਦੀ ਹੁੰਦੀ ਹੈ। ਹੁਣ ਅੱਜ ਅਸੀਂ ਵਿਚਾਰ ਆਰੰਭ ਕੀਤੀ ਕਿ ਆਨੰਦ ਜਾਂ ਸਹਿਜ ਇੱਕੋ ਚੀਜ਼ ਹੈ। ਸਹਿਜ ਦੀ ਪ੍ਰਾਪਤੀ ਬਾਹਰੀ ਕਰਮਕਾਂਡ ਨਾਲ ਨਹੀਂ ਹੁੰਦੀ, ਨਾ ਹੀ ਕਦੇ ਮਨ ਦੇ ਤੋਖਲੇ ਬਾਹਰੀ ਕਰਮਕਾਂਡ ਨਾਲ ਫੜਦੇ ਹਨ। ਸਹਿਜ ਦੀ ਪ੍ਰਾਪਤੀ ਲਈ ਮਨ ਨੂੰ ਅੰਤਰਮੁਖੀ ਕਰਨਾ ਪੈਂਦਾ ਹੈ। ਮਨ ਦੀ ਸੋਚ ਬਦਲਣੀ ਪੈਂਦੀ ਹੈ, ਮਨ ਦੇ ਵਿਚਾਰ ਬਦਲਣੇ ਪੈਂਦੇ ਹਨ। ਮਨ ਦੀਆਂ ਉੱਠਦੀਆਂ ਹੋਈਆਂ ਤਰੰਗਾਂ ਨੂੰ ਕਾਬੂ ਵਿੱਚ ਲਿਆਉਣਾ ਪੈਂਦਾ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ, ਜਿੱਥੇ ਬਾਹਰ ਦੇ ਤੋਖਲੇ ਹਨ, ਬਾਹਰ ਦੀਆਂ ਚਿੰਤਾਵਾਂ ਹਨ, ਉੱਥੇ ਸਹਿਜ ਨਹੀਂ ਹੋ ਸਕਦਾ। ਇਹ ਕਰਮ ਕਾਂਡਾਂ ਦੇ ਨਾਲ ਹੋਣਾ ਕੋਈ ਨਹੀਂ। ਬਾਹਰਲੇ ਦਿਖਾਵੇ ਦੇ ਨਾਲ ਅੰਦਰ ਦੀ ਖੁਸ਼ੀ ਮਿਲਦੀ ਨਹੀਂ, ਅੰਦਰ ਦਾ ਆਨੰਦ ਨਹੀਂ ਮਿਲਦਾ। ਜੀਵਨ ਦਾ ਸਾਡਾ ਬਹੁਤਾ ਸਮਾਂ ਬਾਹਰੀ ਕਰਮ ਕਾਂਡ ਤੇ ਹੀ ਨਿਰਭਰ ਕਰ ਜਾਂਦਾ ਹੈ। ਜਿਨ੍ਹਾਂ ਪੌੜੀਆਂ ਨੂੰ ਮਿਲਾ ਕੇ ਅਸੀਂ ਪੜ੍ਹਦੇ ਹਾਂ ਨਾ, ਜਪ ਬਾਣੀ ਦੀ ਪਹਿਲੀ ਪੌੜੀ ਦੇ ਨਾਲ, ਬਿਲਕੁਲ ਸਪਸ਼ਟ ਜੀ ਗੱਲ ਹੋ ਜਾਂਦੀ ਹੈ। ਜਿੱਥੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਬਈ ਮੈਂ ਤੀਰਥਾਂ ਤੇ ਨਹਾ ਲਵਾਂ, ਇਸ਼ਨਾਨ ਕਰ ਲਵਾਂ, ਸਤਿਗੁਰੂ ਅੱਗੋਂ ਜਵਾਬ ਦਿੰਦੇ, ਭਲਿਆ ਤੂੰ ਲੱਖ ਤੀਰਥਾਂ ਤੇ ਵੀ ਨਹਾ ਲਵੇਂ, ਮਨ ਦੀ ਸੋਚ ਫਿਰ ਵੀ ਨਹੀਂ ਹੋਣੀ। ਫਿਰ ਸਵਾਲ ਹੋਇਆ ਜੀ ਮੈਂ ਸਮਾਧੀਆਂ ਲਾ ਲਵਾਂ, ਤੇ ਗੁਰੂ ਪਾਤਸ਼ਾਹ ਕਹਿੰਦੇ ਸਾਰੀ ਜ਼ਿੰਦਗੀ ਸਮਾਧੀ ਭੌਰਿਆਂ ਵਿੱਚ ਬੈਠਾ ਰਹੇ, ਸਮਾਧੀਆਂ ਲਾ ਕੇ ਬੈਠਾ ਰਹੇ, ਮਨ ਨੇ ਫਿਰ ਵੀ ਚੁੱਪ ਨਹੀਂ ਕਰਨਾ। ਤੇ ਸਤਿਗੁਰੂ ਜੀ, ਫਿਰ ਮੈਂ ਦੁਨੀਆ ਦੇ ਪਦਾਰਥ ਇਕੱਠੇ ਕਰ ਲਵਾਂ। ਸਤਿਗੁਰੂ ਕਹਿੰਦੇ ਇੱਕ ਛੱਡ ਕੇ ਸਾਰੇ ਪਦਾਰਥ ਇਕੱਠੇ ਕਰ ਲੈ, ਮਨ ਦੀ ਤ੍ਰਿਸ਼ਨਾ ਫਿਰ ਵੀ ਨਹੀਂ ਮਿਟਣੀ। ਇਹ ਹੁਣ ਕਰਮ ਕਾਂਡ ਦੀ ਗੱਲ ਹੋ ਰਹੀ ਹੈ। ਇੱਥੇ ਕਰਮੀ ਸਹਿਜ ਨਾ ਉਪਜੇ ਦੀ ਗੱਲ ਚੱਲ ਰਹੀ ਹੈ। ਤੇ ਪਾਤਸ਼ਾਹ ਫਿਰ ਸਹਿਜ ਉਪਜੇ ਕਿਵੇਂ? ਫਿਰ ਅੱਗੋਂ ਸਵਾਲ ਕਰਤਾ ਵੀ ਪਾਤਸ਼ਾਹ ਤੁਸੀਂ ਦੱਸੋ, ਮੈਨੂੰ ਸਮਝ ਨਹੀਂ ਆ ਰਹੀ। ਜੇ ਮੇਰੀ ਸਮਝ ਵਿੱਚ ਚੀਜ਼ ਨਹੀਂ ਪੈ ਰਹੀ, ਕਿ ਸਚਿਆਰਾ ਹੋਈ ਹੈ, ਕਿ ਕੂੜਾ ਟੁੱਟਾ ਪਾਲ। ਹੁਣ ਗੁਰੂ ਪਾਤਸ਼ਾਹ ਜੀ ਨੇ ਉਹਦਾ ਸਾਰੀ ਗੱਲ ਸਮਝਾ ਦਿੱਤੀ। ਉਸੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਹੈ ਸਹਿਜ ਦਾ ਮਾਰਗ। ਕਰਮ ਕਾਂਡ ਵਿੱਚੋਂ ਧਰਮ ਦਾ ਜਨਮ ਨਹੀਂ ਹੁੰਦਾ, ਕੇਵਲ ਕਰਮ ਕਰਨ ਦੇ ਨਾਲ। ਤੇ ਸਾਡੀ ਸਾਰੀ ਕਿਰਿਆ ਕਰਮ ਦੇ ਉੱਤੇ ਹੀ ਖੜੀ ਹੈ। ਅਸੀਂ ਬਾਣੀ ਪੜ੍ਹਦੇ ਹਾਂ, ਉਹ ਵੀ ਗਿਣ ਕੇ, ਤੇ ਅਸੀਂ ਸਵੇਰ ਦਾ ਪਾਠ ਕਰਦੇ ਹਾਂ, ਉਹ ਵੀ ਇੱਕ ਸੋਚ ਵਿਚਾਰ ਤੋਂ ਬਿਨਾਂ। ਕਰਮ ਤਾਂ ਛੱਡਣਾ ਨਹੀਂ, ਇਹਦਾ ਮਤਲਬ ਇਹ ਨਹੀਂ ਬਾਣੀ ਦਾ ਪਾਠ ਕਰਨਾ ਛੱਡ ਦੇਣਾ। ਬਾਣੀ ਦਾ ਪਾਠ ਕਰਕੇ ਬਾਣੀ ਤੋਂ ਆਨੰਦ ਲੈਣਾ ਸਿੱਖੀਏ, ਬਾਣੀ ਦੇ ਆਨੰਦ ਮਾਨਣਾ ਸਿੱਖੀਏ। ਵੀ ਗੁਰੂ ਨੇ ਅੱਜ ਜਪ ਦੀ ਬਾਣੀ 'ਚ ਇਹ ਗੱਲ ਕਹੀ ਹੈ। ਜਿਆਸਾ ਕੀ ਵਾਰ ਅਸੀਂ ਪੜ੍ਹਦੇ ਹਾਂ, ਉੱਥੇ ਸਿਮਲ ਰੁਖ ਸਰਾਇਰਾ ਦੀ ਜਿਹੜੀ ਗੱਲ ਕੀਤੀ ਹੈ, ਉੱਥੇ ਅਪਰਾਧੀ ਦੀ ਗੱਲ ਕੀਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਵਿਤਾ ਵਿੱਚ ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ ਨੇ ਕੇਵਲ ਬਾਹਰੀ ਦਿਖਾਵਾ, ਬਾਹਰੀ ਝੁੱਕ ਕੇ ਸਲਾਮ ਕਰਨ ਨਾਲ, ਬਾਹਰੀ ਝੁੱਕ ਕੇ ਨਮਸਕਾਰ ਕਰਨ ਨਾਲ, ਮੱਥੇ ਰਗੜਨ ਦੇ ਨਾਲ ਰੱਬ ਨਹੀਂ ਮਿਲਦਾ, ਸਹਿਜ ਨਹੀਂ ਮਿਲਦਾ। ਇੱਕ ਕਰਮ ਹੈ ਸਾਡਾ ਇਸ ਦੇ
ਅਸਲ ਵਿੱਚ ਮੱਥਾ ਗੁਰੂ ਅੱਗੇ ਟੇਕ ਕੇ ਗੁਰੂ ਅੱਗੇ ਆਪਣੀ ਮੱਤ ਅਰਪਣ ਕਰ। ਕੇਵਲ ਮੱਥਾ ਨਾ ਟੇਕ, ਮੱਥਾ ਕੇਵਲ ਟੇਕਿਆ ਤਾਂ ਦਿਖਾਵਾ ਹੈ। ਜਦ ਤੱਕ ਆਪਣੀ ਮੱਥਾ ਟੇਕਣ ਦਾ ਭਾਵ ਕੀ ਹੈ? ਗੁਰੂ ਦੀ ਅਧੀਨਗੀ ਨੂੰ ਕਬੂਲ ਕਰਨਾ। ਸੱਚਮੁੱਚ ਗੁਰੂ ਦੀ ਅਧੀਨਗੀ ਕਬੂਲ ਕਰ ਲਈ ਹੈ, ਤੇ ਜੇ ਗੁਰੂ ਦੀ ਅਧੀਨਗੀ ਕਬੂਲ ਕਰ ਲਈ ਹੈ, ਮੁਬਾਰਕ ਹੈ। ਨਹੀਂ ਅਧੀਨਗੀ ਕਬੂਲ ਕੀਤੀ ਤੇ ਫਿਰ ਮੱਥਾ ਟੇਕਣਾ ਕਰਮੀ ਸਹਿਜ ਨਾ ਉਪਜ ਵਾਲੀ ਗੱਲ ਹੈ। ਫਿਰ ਅਸੀਂ ਭਾਵੇਂ 10 ਚੱਕਰ ਵੀ ਆਲੇ ਦੁਆਲੇ ਮਾਰ ਲਈਏ, ਗੁਰੂ ਸਾਹਿਬ ਦੇ ਚੌਰ ਵੀ ਕਰੀ ਜਾਈਏ, ਚੰਦੋਆ ਰੁਮਾਲੇ ਵੀ ਚੜਾ ਦਈਏ, ਚੰਦੋਏ ਵੀ ਭੇਟ ਕਰ ਦਈਏ, ਇਹ ਕਰਮ ਹਨ ਸਾਡੇ। ਕਿਉਂ ਕਰਦੇ ਆ? ਕਿ ਸਾਡੀ ਗੁਰੂ ਨਾਲ ਨੇੜਤਾ ਬਣ ਜਾਏ, ਸਹਿਜ ਆਨੰਦ ਬਣ ਜਾਏ। ਹੁਣ ਗੁਰੂ ਪਾਤਸ਼ਾਹ ਜੀ ਨੇ ਆਪ ਵੀ ਗੱਲ ਸਮਝਾ ਦਿੱਤੀ ਹੈ ਵੀ ਇਹ ਆਤਮਿਕ ਆਨੰਦ ਤੇਰੇ ਜ਼ੋਰ ਨਾਲ ਨਹੀਂ ਮਿਲਣਾ। ਇਹ ਕਿਰਪਾ ਗੁਰੂ ਦੇ ਆਪਣੇ ਤਾਕਤ ਨਾਲ ਨਹੀਂ ਲਈ ਜਾ ਸਕਦੀ। ਇਹ ਫਿਰ ਗੁਰੂ ਦੀ ਕਿਰਪਾ ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਮਿਲਣੀ ਹੈ, ਤੇ ਉਹਦੇ ਲਈ ਤੈਨੂੰ ਬੇਨਤੀ ਕਰਨੀ ਪੈਣੀ ਹੈ ਗੁਰੂ ਅੱਗੇ। ਕੇਵਲ ਆਪਣੇ ਕੀਤੇ ਹੋਏ ਕਰਮ ਦੇ ਉੱਤੇ ਮਾਨ ਨਾ ਕਰ, ਕਰਮ ਕਰ ਤੇ ਗੁਰੂ ਅੱਗੇ ਰਹਿਮਤ ਦੀ ਅਰਦਾਸ ਕਰ, ਬਖਸ਼ਿਸ਼ ਕਰਨ ਦੀ ਅਰਦਾਸ ਕਰ ਵੀ ਮਹਾਰਾਜ ਮੇਰੇ ਕਰਮ ਨੂੰ ਪ੍ਰਵਾਨ ਕਰਨਾ, ਇਸ ਕਰਮ ਵਿੱਚੋਂ ਮੈਨੂੰ ਧਰਮ ਤੇ ਸਹਿਜ ਦੀ ਜੀਵਨ ਦੇ ਦਿਓ। ਇਸੇ ਲੜੀ ਇਹ ਬਿਲਕੁਲ ਤੁਰੀ ਹੁੰਦੀ ਲੜੀ ਮੁਤਾਬਕ ਵੀ ਬਾਹਰਲੇ ਕਰਮ ਕਰਨ ਦਾ ਅਗਲੀ ਪੌੜੀਆਂ 'ਚ ਗੁਰੂ ਪਾਤਸ਼ਾਹ ਨੇ ਕਿ ਮਨ ਦੀ ਮੈਲ ਤਾਂ ਨਹੀਂ ਉਤਰਦੀ। ਜਿਉਂ ਮੈਲੇ ਬਾਹਰੋਂ ਨਿਰਮਲ, ਜਿਉਂ ਮੈਲੇ ਆ। ਇਹੋ ਹੀ ਗੱਲ ਅਸੀਂ ਬਾਣੀ 'ਚ ਪੜ੍ਹਦੇ ਹਾਂ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਜਿਨ੍ਹਾਂ ਨੇ ਮਨ ਹੋਰ ਮੁਖ ਹੋਰ ਦੀ ਗੱਲ ਕੀਤੀ ਹੈ, ਜਿਉਂ ਮੈਲੇ ਬਾਹਰੋਂ ਨਿਰਮਲ ਹਨ, ਉਹ ਤਾਂ ਕਾਂਢ ਕੱਚੇ ਹਨ। ਤੇ ਕੱਚੇ ਨੂੰ ਤਾਂ ਕੋਈ ਪ੍ਰਵਾਨ ਹੀ ਨਹੀਂ ਕਰਦਾ। ਕੱਚਾ ਤਾਂ ਫਲ ਵੀ ਨਹੀਂ ਖਾਧਾ ਜਾਂਦਾ, ਕੱਚੀ ਤਾਂ ਸਬਜ਼ੀ ਨਹੀਂ ਖਾਧੀ ਜਾਂਦੀ। ਤੇਰੀ ਕੱਚੇ ਦੀ ਵਾਲੀ ਕਿੱਥੇ ਪਏਗੀ? ਅਸਲ ਵਿੱਚ ਕੱਚੇ ਨਹੀਂ, ਪੱਕ ਕੇ ਜਾਣਾ। ਮਨ ਨੂੰ ਮਾਇਆ ਦਾ ਮੋਹ ਦਾ ਰੋਗ ਚੰਬੜਿਆ ਰਹਿੰਦਾ ਹੈ ਜੇ ਅਸੀਂ ਕੇਵਲ ਕਰਮ ਬਾਹਰੋਂ ਦਿਖਾਵੇ ਦੇ ਕਰਦੇ ਹਾਂ। ਜਿੱਥੇ ਰੋਗ ਹੈ ਉੱਥੇ ਆਨੰਦ ਨਹੀਂ ਹੈ, ਵੀ ਜਿੱਥੇ ਮਨ ਦਾ ਰੋਗ ਹੈ ਉੱਥੇ ਆਨੰਦ ਨਹੀਂ ਹੈ। ਦੋ ਗੱਲਾਂ ਤਾਂ ਹੋ ਨਹੀਂ ਸਕਦੀਆਂ। ਸੋ ਹਰੀ ਨਾਮ ਦਾ ਸਿਮਰਨ ਕਰਦੇ ਰਹੀਏ, ਇਹੀ ਮਨ ਦੀ ਅਰੋਗਤਾ ਦਾ ਇੱਕ ਵਸੀਲਾ ਹੈ। ਉਹਦੀ ਯਾਦ ਨੂੰ ਆਪਣੇ ਮਨ 'ਚ ਟਿਕਾ ਕੇ ਰੱਖੀਏ, ਔਰ ਇਹੋ ਨਾਮ ਹੀ ਆਤਮਿਕ ਆਨੰਦ ਦੇਣ ਵਾਲੀ ਇੱਕ ਵਸਤੂ ਹੈ। ਦੇਖੋ, ਸੰਸਾਰ ਵਿੱਚ ਮਨੁੱਖ ਆਇਆ ਤਾਂ ਆਤਮਿਕ ਆਨੰਦ ਲੈਣ ਲਈ ਹੈ ਨਾ, ਇਹਦਾ ਸੌਦਾ ਕਰਨ ਲਈ ਆਇਆ। ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਹ ਮਾਇਆ ਦਾ ਮੋਹ ਦੇ ਨੇੜੇ ਨਹੀਂ ਢੁਕਦਾ। ਉਸਦਾ ਮਨ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ। ਬਾਹਰ ਦੁਨੀਆ ਨਾਲ ਵੀ ਉਸਦਾ ਵਰਤਾਰਾ ਸੁਚੱਜਾ ਬਣ ਜਾਂਦਾ ਹੈ। ਇਹ ਹੈ ਜੀਉ ਨਿਰਮਲ ਬਾਹਰੋਂ ਨਿਰਮਲ। ਬਾਹਰੋਂ ਵੀ ਵਰਤਾਰਾ ਸੁਚੱਜਾ ਹੈ, ਤੇ ਅੰਦਰ ਦਾ ਜਿਹੜਾ ਚਿੱਤ ਹੈ ਉਹ ਜ਼ਿੰਦਗੀ ਦੀ ਕਾਮਯਾਬੀ ਵੱਲ ਨੂੰ ਤੁਰਿਆ ਜਾਂਦਾ ਹੈ। ਇਹ ਜੀਉ ਨਿਰਮਲ ਬਾਹਰੋਂ ਨਿਰਮਲ ਦਾ ਸਿਧਾਂਤ ਹੈ। ਤੇ ਅੱਗੋਂ ਫਿਰ ਗੁਰੂ ਪਾਤਸ਼ਾਹ ਕਹਿੰਦੇ ਇਹੋ ਜਿਹਾ ਮਨੁੱਖ ਹੀ ਫਿਰ ਆਤਮਿਕ ਆਨੰਦ ਦੀ ਪ੍ਰਾਪਤੀ ਕਰਦਾ ਹੈ, ਜਿਹੜਾ ਜੀਉ ਨਿਰਮਲ ਬਾਹਰੋਂ ਨਿਰਮਲ ਹੈ। ਜਿਹੜਾ ਮਨੁੱਖ ਸੱਚੇ ਦਿਲ ਨਾਲ ਗੁਰੂ ਦੇ ਚਰਨਾਂ ਦੇ ਉੱਤੇ ਢਹਿ ਪੈਂਦਾ, ਡਿੱਗ ਪੈਂਦਾ ਹੈ, ਆਪਾ ਛੱਡ ਕੇ ਗੁਰੂ ਦੇ ਪਰਨੇ ਪੈ ਜਾਂਦਾ ਹੈ, ਗੁਰੂ ਨੂੰ ਆਪਣਾ ਆਸਰਾ ਬਣਾ ਲੈਂਦਾ ਹੈ, ਉਹਦੀ ਜ਼ਿੰਦਗੀ ਦਾ ਆਸਰਾ ਗੁਰੂ ਬਣ ਜਾਂਦਾ ਹੈ, ਉੱਥੇ ਆਨੰਦ ਹੈ। ਉਹਦੀ ਹਰ ਗੱਲ ਵਿੱਚ ਗੁਰੂ ਹੈ, ਜੀਵਨ ਦੇ ਹਰ ਕਰਮ ਵਿੱਚ ਵੀ ਗੁਰੂ ਹੈ। ਤੋ ਇਹ ਗੱਲ ਸਪਸ਼ਟ ਹੋਈ ਹੈ ਵੀ ਮਾਇਆ ਦਾ ਮੋਹ ਤੇ ਆਤਮਿਕ ਆਨੰਦ ਇਕੱਠੇ ਨਹੀਂ ਰਹਿ ਸਕਦੇ। ਜਿਹੜੀ ਗੱਲ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਦੋ ਚੀਜ਼ਾਂ ਇਕੱਠੀਆਂ ਨਹੀਂ ਰਹਿ ਸਕਦੀਆਂ, ਵੱਖਰੀਆਂ ਵੱਖਰੀਆਂ ਚੀਜ਼ਾਂ ਹਨ। ਜਿਹੜਾ ਮਨੁੱਖ ਸੱਚੇ ਦਿਲ ਨਾਲ ਗੁਰੂ ਚਰਨਾਂ ਵਿੱਚ ਜੁੜਦਾ ਹੈ, ਉਹ ਆਪਾ ਭਾਵ ਤਿਆਗ ਕੇ ਆਪ ਛੱਡ ਸਦਾ ਰਹੇ ਪਰਨੇ, ਉਹ ਗੁਰੂ ਦਾ ਆਸਰਾ ਲੈਂਦਾ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਕਿ ਇੱਕ ਸੱਚੀ ਬਾਣੀ ਹੈ, ਇੱਕ ਕੱਚੀ ਬਾਣੀ ਹੈ। ਦੇਖੋ ਲੜੀ ਕਿਵੇਂ ਜੁੜੀ ਹੁੰਦੀ, ਤੁਰੀ ਆਉਂਦੀ ਹੈ। ਇੱਕ ਕਰਮ ਕਾਂਡ ਹੈ, ਇੱਕ ਅੰਦਰਲੀ ਸ਼ਾਂਤੀ ਹੈ। ਤੇ ਜੇ ਸੱਚਮੁੱਚ ਆਤਮਿਕ ਆਨੰਦ ਲੈਣਾ ਹੈ, ਪਰਮਾਤਮਾ ਦੀ ਮਿਹਰ ਦੀ ਨਿਗਾਹ ਉਸ ਉੱਤੇ ਹੁੰਦੀ ਹੈ ਜਿਹੜੇ ਆਪਣੇ ਅੰਦਰ ਸੱਚੀ ਬਾਣੀ ਨੂੰ ਵਸਾਈ ਰੱਖਦੇ ਹਨ। ਪਰ ਸੱਚੀ ਬਾਣੀ ਕੀ ਹੈ? ਗੁਰੂ ਦੇ ਸ਼ਬਦ, ਗੁਰੂ ਦਾ ਪਿਆਰ, ਗੁਰੂ ਦੀ ਮੁਹੱਬਤ ਜਿਨ੍ਹਾਂ ਦੇ ਅੰਦਰ ਹੈ। ਗੁਰੂ ਅੱਗੇ ਅਰਦਾਸ ਬੇਨਤੀ ਕਰੀਏ, ਮਹਾਰਾਜ ਸੱਚੇ ਪਾਤਸ਼ਾਹ ਜੀਓ, ਇਹ ਸੱਚੀ ਬਾਣੀ ਦੇ ਨਾਲ ਜੋੜ ਕੇ ਰੱਖੋ,
ਹੋਰ ਜਿਹੜੀਆਂ ਬਾਣੀਆਂ ਹਨ, ਹੋਰ ਰਚਨਾਵਾਂ ਹਨ, ਜਿਹੜੀਆਂ ਕੱਚੀਆਂ ਹਨ, ਉਹਨਾਂ ਤੋਂ ਸਾਨੂੰ ਬਚਾ ਕੇ ਰੱਖੋ ਕਿ ਗੁਰੂ ਅੱਗੇ ਅਰਦਾਸ ਕਰੀਏ, ਭੁਲੇਖੇ 'ਚ ਨਾ ਪੈ ਜਾਈਏ, ਆਪਣੀ ਜ਼ਿੰਦਗੀ ਦਾ ਸੌਦਾ ਕਿਤੇ ਹੋਰ ਨਾ ਕਰ ਲਈਏ। ਅਸੀਂ ਤਾਂ ਬਾਜ਼ਾਰ ਜਾਈਦਾ, ਕੋਈ ਚੀਜ਼ ਖਰੀਦਣੀ ਹੋਵੇ, ਪਹਿਲਾਂ 10 ਵਾਰੀ ਕੱਪੜੇ ਬਾਰੇ ਜਾਣਕਾਰੀ ਵੀ ਨਹੀਂ ਹੁੰਦੀ, ਉਹਨੂੰ ਉਂਗਲਾਂ ਹੱਥ ਲਾ ਕੇ ਹੱਥਾਂ ਦਾ ਦੇਖੀਦਾ ਕਿਹੋ ਜਿਹਾ ਚੱਲ ਜਾਏਗਾ। ਫਿਰ ਦੁਕਾਨਦਾਰ ਨਾਲ ਗੱਲ ਕਰੀਦੀ ਹੈ ਜੀ, ਹਟ ਜਾਏਗਾ ਜੀ, ਇਹ ਚੱਲੇਗਾ ਜੀ, ਨਹੀਂ ਚੱਲੇਗਾ ਜੀ। ਤੇ ਭਲਿਆ ਜਿੱਥੇ ਜੀਵਨ ਦਾ ਸੌਦਾ ਕਰਨਾ ਉੱਥੇ ਵੀ ਤਾਂ ਕੁਛ ਸੋਚ। ਉਹ ਜਿਹਨੂੰ ਮਰਜ਼ੀ ਜਾ ਕੇ ਆਪਣਾ ਜੀਵਨ ਦੇ ਦਿੰਦਾ। ਉਹ ਕੱਚੀ ਬਾਣੀ ਵਾਲੇ ਜਿਹੜੇ ਉਹੀ ਤੈਨੂੰ ਖਰੀਦੀ ਫਿਰਦੇ ਨੇ। ਤੇ ਯਾਦ ਰੱਖੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਪ ਖਾਣੀ। ਸਾਰੇ ਕੱਚੇ ਨੇ। ਸਤਿਗੁਰ ਕਿਰਪਾ ਕਰਨ ਇਸ ਆਤਮਕ ਆਨੰਦ ਤੇ ਪਹੁੰਚਣ ਦੇ ਲਈ ਇਹ ਛੋਟੀ ਰਮਜ਼ਾਂ ਜਿਹੜੀਆਂ ਗੁਰੂ ਪਾਤਸ਼ਾਹ ਗੁਰੂ ਅਮਰਦਾਸ ਦੱਸਦੇ ਨੇ, ਉਹ ਸਾਡੇ ਜੀਵਨ ਦਾ ਹਿੱਸਾ ਬਣ ਜਾਣ, ਸਾਡਾ ਲੋਕ ਪਰਲੋਕ ਸੇਵਾ ਹੋ ਜਾਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।